ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਮਨ ਲੋਚੈ ਹਰ ਮਿਲਣ ਕੋ, ਕਿਉ ਦਰਸ਼ਨ ਪਾਈਆ। ਮੈਂ ਲਖ ਵਿੜ ਤੇ ਸਾਹਿਬਾ, ਜੇ ਬਿੰਦ ਬੁਲਾਈਆ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇ ਵੱਡ ਨਾ ਸਾਈਆ। ਮੈਂ ਦਸਹੋ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇ ਵੱਡ ਨਾ ਸਾਈਆਂ। ਮੈਂ ਦਸਹੋ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆ। ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਆਪ ਸਭ ਸੰਗਤ, ਦੁੱਖ ਨਿਵਾਰਨ ਸੰਕਟ ਹਰਨ ਸਤਿਗੁਰੂ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਧੁਰੋਂ ਦਰਗਾਹੋਂ ਇਸ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਰੋਜ਼ਾਨਾ ਇਸ ਪਾਵਨ ਪਵਿੱਤਰ ਅਸਥਾਨ ਤੋਂ ਆਪ ਜੀ ਸਰਵਣ ਕਰਦੇ ਹੋ। ਸਤਿਗੁਰੂ ਨੇ ਕਿਰਪਾ ਕਰਕੇ ਅੱਜ ਵੀ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ। ਆਓ ਇਹਨਾਂ ਨੂੰ ਸਫਲਾ ਬਣਾਈਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਹੀ ਭਾਵਨਾ ਸਤਿਕਾਰ ਸਹਿ ਸਤਿਗੁਰੂ ਨੂੰ ਨਮਸਕਾਰ ਕਰੀਏ, ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਮੇਰੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਜੋ 1404 ਅੰਗ ਦੇ ਉੱਪਰ ਪਹੁੰਚ ਚੁੱਕੀ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਵਡਿਆਈ ਕਰਦੇ ਹੋਏ, ਸਿਫਤੋ ਸਲਾਹ ਕਰਦੇ ਹੋਏ ਭੱਟ ਸਾਹਿਬਾਨਾਂ ਨੇ ਜੋ ਬੜੇ ਹੀ ਪ੍ਰੇਮ ਭਰੇ ਬਚਨ ਸਵਈਏ ਰੂਪ 'ਚ ਉਚਾਰਨ ਕੀਤੇ ਨੇ, ਤਿੰਨਾਂ ਸਵਈਆਂ ਦੀ ਵਿਚਾਰ ਜੋ ਇਸ ਪਾਵਨ ਪਵਿੱਤਰ ਅਸਥਾਨ ਤੋਂ ਚੱਲ ਰਹੀ ਹੈ। ਖਾਲਸਾ ਜੀ, ਜਿਸ ਪਾਵਨ ਪਵਿੱਤਰ ਸਵਈਏ ਦੀ ਵਿਚਾਰ ਅੱਜ ਸਤਿਗੁਰੂ ਨੇ ਕਰਾਉਣੀ ਹੈ, ਉਹ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਭੱਟ ਮੱਥਰਾ ਜੀ ਦਾ ਇਹ ਉਚਾਰਨ ਕੀਤਾ ਹੋਇਆ ਸਵਈਆ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਖਸੀਅਤ ਜੋ ਜਾਣੂ ਕਰਾਉਂਦਾ ਹੈ। ਔਰ ਨਾਲੇ ਹੀ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੀ ਵਡਿਆਈ ਦੱਸਦਾ ਹੈ ਕਿ ਕਿਸ ਤਰ੍ਹਾਂ ਗੁਰੂ ਕੀ ਸਿੱਖ ਸੰਗਤ ਰੋਜ਼ਾਨਾ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਬਖਸ਼ਿਸ਼ ਦੀ ਪਾਤਰ ਹੁੰਦੀ ਹੈ। ਸਤਿਗੁਰੂ ਕੋਲ ਕਿਹੜਾ ਖਜ਼ਾਨਾ ਹੈ ਜੋ ਗੁਰੂ ਕੀ ਸਿੱਖ ਸੰਗਤ ਉਸ ਖਜ਼ਾਨੇ ਦੇ ਵਿੱਚੋਂ
ਕਿਣਕਾ ਮਾਤਰ ਵੀ ਝੋਲੀ ਵਿੱਚ ਪਵਾ ਕੇ ਲੈ ਜਾਵੇ ਤੇ ਜੁਗਾ ਜੁਗਾਂ ਤੱਕ ਉਸ ਸਿੱਖ ਦੀ ਸੋਭਾ ਹੁੰਦੀ ਹੈ। ਕਿਣਕਾ ਏਕ ਜਿਸ ਜੀਵ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ। ਕਿ ਉਹ ਕਿਹੜਾ ਖਜ਼ਾਨਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲ ਕਿ ਕਿਣਕਾ ਮਾਤਰ ਵੀ ਸਾਡੇ ਹਿਰਦੇ ਵਿੱਚ ਵਸ ਜਾਵੇ ਖਾਲਸਾ ਜੀ ਤੇ ਜੀਵਨ ਸਫਲਾ ਹੋ ਜਾਂਦਾ ਹੈ। ਭੱਟ ਸਾਹਿਬ ਬਚਨ ਕਰਦੇ ਨੇ, ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ। ਕਹਿੰਦੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਾਮ ਰੂਪੀ ਬਹੁਤ ਵੱਡਾ ਭੰਡਾਰ ਹੈ, ਨਾਮ ਦਾ ਖਜ਼ਾਨਾ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਿਰਤੀ ਅੰਤਰਮੁਖੀ ਹੈ, ਬਾਹਰ ਮੁਖੀ ਨਹੀਂ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਵੇਖਦੇ ਨੇ, ਸਾਡੀ ਭਾਵਨਾ ਨੂੰ ਵੇਖਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਗੁਰੂ ਕਾ ਸਿੱਖ ਆਉਂਦਾ ਖਾਲਸਾ ਜੀ, ਸਤਿਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ, ਨਮਸਕਾਰ ਕਰਦਾ, ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਮੇਰੇ ਉੱਤੇ ਕਿਰਪਾ ਕਰਕੇ ਉਹ ਨਦਰ ਕਰੋ ਜਿਹੜੀ ਨਦਰ ਕਦੇ ਰੀਠਿਆਂ ਤੇ ਪਈ ਤੇ ਰੀਠੇ ਵੀ ਮਿੱਠੇ ਹੋ ਗਏ। ਸਤਿਗੁਰੂ ਦੀ ਨਦਰ ਦੇ ਵਿੱਚ ਬੜੀ ਵੱਡੀ ਕਿਰਪਾ ਹੈ ਖਾਲਸਾ ਜੀ। ਇਹ ਅੰਮ੍ਰਿਤ ਭਰੀ ਨਦਰ ਤੇ ਰੀਠਿਆਂ ਤੇ ਪੈ ਜਾਵੇ, ਰੀਠੇ ਮਿੱਠੇ ਹੋ ਜਾਂਦੇ ਨੇ। ਤੇ ਸੱਚ ਹੈ ਜੇ ਕਿਸੇ ਬੰਦੇ ਤੇ ਪੈ ਜਾਵੇ ਤੇ ਬੰਦਾ ਵੀ ਮਿੱਠਾ ਹੋ ਜਾਂਦਾ ਹੈ। ਭਾਵ ਕਿ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਕੋਡੇ ਰਾਖਸ਼ ਤੇ ਨਿਗਾਹ ਪਈ, ਉਹ ਮਿੱਠਾ ਹੋ ਗਿਆ, ਕੜਤਨ ਛੱਡ ਦਿੱਤੀ। ਕਿਸੇ ਬਣੇ ਹੋਏ ਠੱਗ ਦੇ ਉੱਤੇ ਜੇ ਨਿਗਾਹ ਪਈ, ਉਹ ਸੱਜਣ ਬਣ ਗਿਆ। ਕਹਿਣ ਤੋਂ ਭਾਵ ਕਿ ਸਤਿਗੁਰੂ ਕੋਲ ਆ ਕਰਕੇ ਨਾਮ ਦੀ ਦਾਤ ਮੰਗਣੀ, ਸਤਿਗੁਰੂ ਦੇ ਘਰੋਂ ਨਾਮ ਖਜ਼ਾਨੇ ਦੇ ਵਿੱਚੋਂ ਕਿਣਕਾ ਮਾਤਰ ਵੀ ਮੰਗ ਲੈਣਾ, ਇਹ ਸਿੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਜਦੋਂ ਸਾਡੇ ਪੂਰਵਜਾਂ ਨੇ ਅਰਦਾਸ ਬਣਾਈ ਹੈ ਨਾ ਸਿੱਖ ਦੇ ਨਿਯਮ ਦੇ ਵਿੱਚ, ਹਰ ਇੱਕ ਗੁਰੂ ਘਰ ਦੇ ਵਿੱਚ ਰੋਜ਼ਾਨਾ ਅਰਦਾਸ ਵੇਲੇ ਜਾਂ ਘਰਾਂ ਦੇ ਵਿੱਚ ਨਿਤਨੇਮ ਤੋਂ ਬਾਅਦ ਜਦੋਂ ਸਿੱਖ ਅਰਦਾਸ ਕਰਦਾ, ਜਿੱਥੇ ਖਾਲਸਾ ਜੀ ਅਰਦਾਸ ਦੇ ਵਿੱਚ ਮੰਗਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਉੱਥੇ ਦਾਨਾ ਸਿਰਦਾਨ, ਨਾਮ ਦਾਨ। ਸਭ ਤੋਂ ਵੱਡਾ ਦਾਨ ਪ੍ਰਮਾਤਮਾ ਕੋਲੋਂ, ਗੁਰੂ ਕੋਲੋਂ ਨਾਮ ਦਾਨ ਮੰਗਦਾ, ਕਿਉਂਕਿ ਖਾਲਸਾ ਜੀ ਇਹ ਨਾਮ ਦਾਨ, ਨਾਮ ਦੀ ਦਾਤ ਕੇਵਲ ਤੇ ਕੇਵਲ ਸਤਿਗੁਰੂ ਦੇ ਚਰਨਾਂ ਤੋਂ ਮਿਲਦੀ ਹੈ, ਸੰਸਾਰ ਤੋਂ ਨਹੀਂ ਮਿਲਦੀ। ਕਿਉਂਕਿ ਇਹ ਨਿਰੰਕਾਰ ਦੀ ਵਸਤੂ ਹੈ, ਇਹ ਸੰਸਾਰ ਦੀ ਵਸਤੂ ਹੀ ਨਹੀਂ। ਭਗਤਾ ਤੈ ਸੰਸਾਰੀਆ ਜੋੜ ਕਦੇ ਨਾ ਆਇਆ। ਨਿਰੰਕਾਰ ਦੇ ਨਾਮ ਦੀ ਦਾਤ ਮਿਲਦੀ ਹੈ ਸਤਿਗੁਰੂ ਦੇ ਘਰੋਂ। ਔਰ ਕਹਿੰਦੇ ਜਿਹਦੇ ਹਿਰਦੇ ਵਿੱਚ ਕਿਣਕਾ ਮਾਤਰ ਵੀ ਨਾਮ ਦੀ ਚਿਣਗ ਲੱਗ ਜਾਵੇ, ਸਤਿਗੁਰੂ ਦੇ ਚਰਨਾਂ ਵਿੱਚ ਆ ਕਰਕੇ ਜਿਹਦੇ ਹਿਰਦੇ 'ਚ ਨਾਮ ਦੀ ਜੋਤ ਪ੍ਰਕਾਸ਼ਮਾਨ ਹੋ ਜਾਵੇ, ਤੇ ਰੋਜ਼ਾਨਾ ਆਰਤੀ ਵਿੱਚ ਸਰਵਣ ਕਰਦੇ ਆ, ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ। ਜਿਹਦੇ ਹਿਰਦੇ ਵਿੱਚ ਨਾਮ ਦੀ ਜੋਤ ਲੱਗ ਜਾਂਦੀ ਹੈ, ਸਤਿਗੁਰੂ ਦੇ ਦਰੋਂ ਘਰੋਂ ਨਾਮ ਖਜ਼ਾਨੇ ਵਿੱਚੋਂ ਨਾਮ ਮਿਲ ਜਾਂਦਾ ਹੈ, ਕਹਿੰਦੇ ਉਹ ਜੋਤ ਕੇਵਲ ਫਿਰ ਆਪਣੇ ਘਰ ਨੂੰ ਜਾਂ ਇੱਕ ਇਲਾਕੇ ਨੂੰ ਹੀ ਪ੍ਰਕਾਸ਼ਮਾਨ ਨਹੀਂ ਕਰਦੀ, ਬਲਕਿ ਜੁਗਾ ਜੁਗਾਂ ਤੱਕ ਆਉਣ ਵਾਲੀਆਂ ਨਸਲਾਂ ਨੂੰ ਵੀ ਉਹ ਪ੍ਰਕਾਸ਼ਮਾਨ ਚਾਨਣ ਮੁਨਾਰਾ ਬਣਦੀ ਹੈ। ਖਾਲਸਾ ਜੀ ਇਹ ਜੋਤ ਲੱਗੀ, ਧੰਨ ਬਾਬਾ ਦੀਪ ਸਿੰਘ ਜੀ ਦੇ ਹਿਰਦੇ ਦੇ ਵਿੱਚ ਨਾਮ ਦੀ ਜੋਤ ਲੱਗੀ। ਤੇ ਅੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸਾਨੂੰ ਦੱਸਦਾ ਕਿ ਗੁਰੂ ਘਰ ਵਿੱਚ ਸੇਵਾ ਕਿਵੇਂ ਹੁੰਦੀ ਹੈ। ਇਹ ਜੋਤ ਲੱਗੀ ਨਾਮ ਦੀ ਭਾਈ ਤਾਰੂ ਸਿੰਘ ਦੇ ਹਿਰਦੇ ਦੇ ਅੰਦਰ, ਤੇ ਖਾਲਸਾ ਜੀ ਅੱਜ ਵੀ ਸਾਨੂੰ ਸਿੱਖੀ ਨਿਭਾਉਣ ਦੀ ਜਾਚ ਸਿਖਾਉਂਦਾ ਹੈ। ਜੋਤ ਲੱਗੀ ਭਾਈ ਮਤੀ ਦਾਸ ਜੀ ਦੇ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਦੇ ਹਿਰਦੇ ਦੇ ਅੰਦਰ, ਤੇ ਖਾਲਸਾ ਜੀ ਅੱਜ ਵੀ ਉਹਨਾਂ ਸਿੱਖਾਂ ਦੀ ਨਿਭਾਈ ਹੋਈ ਸਿੱਖੀ, ਜਿਸ ਸਿੱਖੀ ਨੂੰ ਵੇਖ ਕੇ ਗੁਰੂ ਦੇ ਮੁਖੋਂ ਵੀ ਨਿਕਲੇ ਧੰਨ ਸਿੱਖਾ ਤੇਰੀ ਧੰਨ ਸਿੱਖੀ, ਇਹੋ ਜਿਹੀ ਸਿੱਖੀ ਕਿਤੇ ਸਾਡੀ ਝੋਲੀ ਵਿੱਚ ਪੈ ਜਾਵੇ। ਰੋਜ਼ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਨ। ਉਹ ਜੋਤ ਜਦੋਂ ਲੱਗਦੀ ਹੈ ਗੁਰੂ ਦੇ ਚਰਨਾਂ ਦੇ ਵਿੱਚੋਂ, ਨਾਮ ਖਜ਼ਾਨੇ ਚੋਂ ਜਦੋਂ ਕਿਣਕਾ ਮਾਤਰ ਵੀ ਮਿਲ ਜਾਂਦਾ ਤੇ ਸੱਚ ਹੈ, ਫਿਰ ਖਾਲਸਾ ਜੀ ਅੱਜ ਅਦਬ ਸਤਕਾਰ ਕਰਾਉਣ ਵਾਸਤੇ ਬੰਦਾ ਬੜੇ ਉਪਾਅ ਕਰਦਾ, ਪਰ
ਜਿੱਦਨ ਆਪਣਾ ਆਪ ਮਿਟਾ ਕਰਕੇ ਗੁਰੂ ਕੋਲ ਆ ਕੇ ਮੰਗਦਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਤੇ ਫਿਰ ਸੱਚ ਹੈ ਕੇਵਲ ਇਸ ਲੋਕ ਵਿੱਚ ਹੀ ਨਹੀਂ, ਪਰਲੋਕ ਦੇ ਵਿੱਚ ਵੀ ਕੋਈ ਅਪਮਾਨਿਤ ਨਹੀਂ ਕਰਦਾ, ਹਰ ਥਾਂ ਤੇ ਉਸ ਦੀ ਪੂਜਾ ਹੁੰਦੀ ਹੈ। ਜਿਹੜਾ ਜਪਦਾ ਹੈ, ਜਿਹੜਾ ਜੀਵਨ ਵਿੱਚ ਕਮਾਉਂਦਾ ਹੈ, ਜਿਹੜਾ ਗੁਰੂ ਘਰ ਦੇ ਵਿੱਚ ਆ ਕਰਕੇ ਸਭ ਤੋਂ ਅਨਮੋਲ ਦਾਤ ਦਾਤੇ ਦੇ ਨਾਮ ਨੂੰ ਮੰਗਦਾ ਹੈ। ਕਿਉਂਕਿ ਆਪਾਂ ਕਵਾਂਗੇ ਕਿ ਨਾਮ ਜਪਣਾ ਤੇ ਬੜਾ ਸੁਖੈਲਾ ਹੈ, ਬੰਦਾ ਨਾਮ ਮੰਗਣ ਦੀ ਕੀ ਲੋੜ ਹੈ, ਪਰ ਨਾਮ ਜਪਣਾ ਇੰਨਾ ਸੁਖੈਲਾ ਨਹੀਂ। ਆਖਣ ਔਖਾ ਸਾਚਾ ਨਾਉ, ਗੁਰੂ ਦੀ ਕਿਰਪਾ ਤੋਂ ਬਿਨਾ, ਰਹਿਮਤ ਤੋਂ ਬਿਨਾ ਨਾਮ ਵੀ ਨਹੀਂ ਜਪਿਆ ਜਾਂਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇਸੇ ਕਰਕੇ ਭਗਤਾਂ ਨੇ ਅਰਦਾਸ ਕੀਤੀ, ਮੌਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਮੈਨੂੰ ਤੂੰ ਭੁਲਾਵੀ ਨਾ, ਤੇਰਾ ਨਾਮ ਕਿਤੇ ਮੇਰੇ ਹਿਰਦੇ ਵਿੱਚੋਂ ਦੂਰ ਨਾ ਹੋ ਜਾਵੇ। ਸੋ ਭੱਟ ਸਾਹਿਬ ਕਹਿੰਦੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜੋ ਨਿਮਾਣਿਆਂ ਦੇ ਮਾਣ ਨੇ, ਨਤਾਣਿਆਂ ਦੇ ਤਾਣ ਨੇ, ਨਿਓਟਿਆਂ ਦੀ ਓਟ ਨੇ, ਨਿਆਸਰਿਆਂ ਦੇ ਆਸਰੇ ਨੇ, ਨਿਪੱਤਿਆਂ ਦੀ ਪੱਤ ਨੇ। ਉਸ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਕੋਲ ਬੜਾ ਵੱਡਾ ਖਜ਼ਾਨਾ ਹੈ ਨਾਮ ਦਾ। ਧਿਆਨ ਅੰਤਰਗਤ, ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਦਾ ਅੰਤਰਮੁਖੀ ਧਿਆਨ ਰੱਖਦੇ ਨੇ। ਤੇਜ ਪੁੰਜ ਤਿਹ ਲੋਕ ਪ੍ਰਕਾਸ਼ੇ ਪ੍ਰਗਾਸੇ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਤੇਜ ਐਸਾ ਹੈ ਕਿ ਤਿੰਨੇ ਲੋਕਾਂ ਦੇ ਵਿੱਚ ਗੁਰੂ ਰਾਮਦਾਸ ਦੀ ਜੈ ਜੈਕਾਰ ਹੋ ਰਹੀ ਹੈ। ਤਿੰਨੇ ਲੋਕਾਂ ਤੋਂ ਭਾਵ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਤਿੰਨ ਲੋਕ ਮੰਨੇ ਵਿਦਵਾਨਾਂ ਨੇ। ਕਹਿੰਦੇ ਤਿੰਨੇ ਲੋਕਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਦੀ ਜੈ ਜੈਕਾਰ ਹੋ ਰਹੀ ਹੈ। ਖਾਲਸਾ ਜੀ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਆ ਤੇ ਸੱਚ ਹੈ ਸਤਿਗੁਰੂ ਗੁਰੂ ਰਾਮਦਾਸ ਦੀ ਪਰਿਕਰਮਾ ਦੇ ਅੰਦਰ ਅੰਮ੍ਰਿਤ ਵੇਲੇ ਜਦੋਂ ਜਾਈਏ, ਇਸ਼ਨਾਨ ਦੀ ਸੇਵਾ ਵੇਲੇ, ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਕੇਵਲ ਇੱਥੇ ਬਾਹਰਲੇ ਸਰੀਰ ਜਿਹੜੇ ਨਜ਼ਰ ਆ ਰਹੇ ਨੇ, ਕੇਵਲ ਉਹ ਬਾਹਰਲੇ ਸਰੀਰ ਹੀ ਜੈ ਜੈਕਾਰ ਨਹੀਂ ਕਰ ਰਹੇ। ਪਤਾ ਹੀ ਨਹੀਂ ਕਿੰਨੀਆਂ ਕਿ ਗੁਪਤ ਰੂਹਾਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰ ਰਹੀਆਂ, ਸਤਿਗੁਰੂ ਦੀ ਜੈ ਜੈਕਾਰ ਕਰ ਰਹੀਆਂ। ਜੇ ਗੁਰਦੁਆਰਾ ਬੰਗਲਾ ਸਾਹਿਬ ਆਪਾਂ ਆਉਂਦੇ ਹਾਂ ਤੇ ਸੱਚ ਹੈ ਇੱਥੇ ਕੇਵਲ ਬਾਹਰਲੇ ਸਰੀਰ ਹੀ ਜੈ ਜੈਕਾਰਾਂ ਨਹੀਂ ਕਰਦੇ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਤੇ ਕਈ ਗੁਪਤ ਰੂਹਾਂ ਵੀ ਆ ਕੇ ਕਰਦੀਆਂ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਨੂੰ ਲੋਚਦੀਆਂ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਿੰਨੇ ਲੋਕਾਂ ਦੇ ਰਾਜੇ ਮਹਾਰਾਜੇ ਦੇਵੀ ਦੇਵਤੇ ਉਹ ਵੀ ਸਤਿਗੁਰੂ ਦੇ ਚਰਨਾਂ ਵਿੱਚ ਖੜ ਕੇ ਸਤਿਗੁਰੂ ਦੀ ਜੈ ਜੈਕਾਰ ਕਰਦੇ ਨੇ। ਅੱਗੇ ਭੱਟ ਸਾਹਿਬ ਬਚਨ ਕਰਦੇ ਨੇ, ਦੇਖਤ ਦਰਸ ਭਟਕ ਬ੍ਰਹਮ ਭਜਤ, ਦੁਖ ਪਰ ਹਰ ਸੁਖ ਸਹਿਜ ਬਿਗਾਸੇ। ਕਹਿੰਦੇ ਐਸੇ ਸਤਿਗੁਰੂ ਦੇ ਜਦੋਂ ਦਰਸ਼ਨ ਕਰਦੇ ਆ, ਦੇਖਤ ਦਰਸ ਭਟਕ ਬ੍ਰਹਮ ਭਜਤ, ਕਹਿੰਦੇ ਸਤਿਗੁਰੂ ਦੇ ਦਿਦਾਰੇ ਕਿਤੇ ਹੀ ਸਾਰੇ ਵਹਿਮ ਭਰਮ ਭੱਜ ਜਾਂਦੇ ਨੇ, ਭਟਕ ਜਾਂਦੇ ਨੇ। ਵਹਿਮਾਂ ਭਰਮਾਂ ਦਾ, ਸੰਸਾਰ ਦੇ ਭਰਮਾਂ ਦਾ ਸਾਡੇ ਤੇ ਪ੍ਰਭਾਵ ਨਹੀਂ ਪੈਂਦਾ ਜਦੋਂ ਖਾਲਸਾ ਜੀ ਸਤਿਗੁਰੂ ਦੇ ਦੀਦਾਰੇ ਕਰਦੇ ਆ, ਸਤਿਗੁਰੂ ਦੇ ਦਰਸ਼ਨ ਕਰਦੇ ਆ, ਨੇਤਰਾਂ ਦੇ ਨਾਲ ਗੁਰੂ ਨੂੰ ਪ੍ਰਤੱਖ ਜਾਣ ਕੇ ਵੇਖ ਲੈਂਦੇ ਆ। ਪਰ ਗੁਰੂ ਨੂੰ ਕੇਵਲ ਬਾਹਰਲੇ ਨੇਤਰਾਂ ਨਾਲ ਵੇਖਿਆ ਵੀ ਨਹੀਂ ਜਾਂਦਾ। ਗੁਰੂ ਨੂੰ ਵੇਖਣ ਵਾਸਤੇ ਕੇਵਲ ਬਾਹਰਲੀਆਂ ਅੱਖਾਂ ਨਹੀਂ ਚਾਹੀਦੀਆਂ, ਅੰਤਰਮੁਖੀ ਨੇਤਰ ਚਾਹੀਦੇ ਆ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਕਿ ਹਜੇ ਇਹ ਬਾਹਰਲੇ ਨੇਤਰ ਗੁਰੂ ਨੂੰ ਵੇਖ ਨਹੀਂ ਪਾ ਰਹੇ, ਪਰ ਜਦੋਂ ਅੰਦਰਲੇ ਨੇਤਰ ਗੁਰੂ ਦੀ ਕਿਰਪਾ ਨਾਲ ਮਿਲ ਗਏ ਤੇ ਗੁਰੂ ਦੀ ਜੋਤ ਨਜ਼ਰ ਆਵੇਗੀ। ਖਾਲਸਾ ਜੀ, ਇਹੋ ਕਾਰਨ ਸੀ ਕਿ ਪੰਡਤ ਸ਼ਿਵ ਦੱਤ ਨੇ ਜਦੋਂ ਬਾਹਰਲੀਆਂ ਅੱਖਾਂ ਨਾਲ ਵੇਖਿਆ ਤੇ ਬਾਲ ਰੂਪ ਨਜ਼ਰ ਆਇਆ, ਤੇ ਜਦੋਂ ਪੰਡਤ ਸ਼ਿਵ ਦੱਤ ਨੇਤਰ ਬੰਦ ਕਰਕੇ ਅੰਦਰਲੀਆਂ ਨੇਤਰਾਂ ਨਾਲ, ਅੰਦਰਲੀਆਂ ਅੱਖਾਂ ਨਾਲ ਵੇਖਦਾ ਤੇ ਬਾਲ ਰੂਪ ਨੇ ਖੁਦਾ ਦਾ ਰੂਪ ਨਜ਼ਰ ਆਉਂਦਾ। ਜਦੋਂ ਅੰਦਰਲੇ ਨੇਤਰਾਂ ਨਾਲ ਵੇਖਿਆ, ਮਾਧੋ ਦਾਸ ਵੈਰਾਗੀ ਜਦੋਂ ਖਾਲਸਾ ਜੀ ਮੰਝੇ ਤੇ ਬੈਠੇ ਸਤਿਗੁਰੂ ਨੂੰ ਵੇਖਦਾ, ਬਾਹਰਲੇ ਨੇਤਰਾਂ ਨਾਲ ਬਾਹਰਲਾ ਰੂਪ ਨਜ਼ਰ ਆਉਂਦਾ ਹੈ, ਪਰ ਜਦੋਂ ਇੱਕ ਵਾਰ ਨੇਤਰ ਬੰਦ ਕਰਕੇ ਅੰਦਰਲੇ ਨੇਤਰਾਂ ਦੇ ਨਾਲ ਵੇਖਿਆ ਖਾਲਸਾ ਜੀ ਤੇ ਖੁਦਾ ਦਾ ਰੂਪ ਨਜ਼ਰ ਆਇਆ। ਤੇ ਫਿਰ ਜਦੋਂ ਖੁਦਾ ਦਾ ਰੂਪ ਨਜ਼ਰ ਆਇਆ,
ਸਿੱਖਿਆ ਸਾਨੂੰ ਵੀ ਬੜੀ ਵੱਡੀ ਦਿੱਤੀ ਕਿ ਜਦੋਂ ਖੁਦਾ ਦਾ ਰੂਪ ਨਜ਼ਰ ਆ ਜਾਵੇ ਫਿਰ ਬਸ ਉਹਦੇ ਹੋ ਕੇ ਬਣ ਜਾਈਦਾ, ਫਿਰ ਉਹਦੇ ਬੰਦੇ ਬਣ ਜਾਈਦਾ। ਤੇ ਜਿਹੜਾ ਖੁਦਾ ਦਾ ਬੰਦਾ ਬਣ ਜਾਂਦਾ ਫਿਰ ਉਹ ਬੰਦਾ ਸਿੰਘ ਬਹਾਦਰ ਕਹਾਉਣ ਲੱਗ ਜਾਂਦਾ। ਉਹ ਬਹਾਦਰ ਹੁੰਦਾ ਜਿਹੜਾ ਬਾਹਰ ਹੀ ਜਿੱਤ ਨਹੀਂ ਪਾਉਂਦਾ ਬਲਕਿ ਅੰਦਰਲੇ ਵਕਾਰਾਂ ਨੂੰ ਵੀ ਜਿੱਤ ਲੈਂਦਾ। ਮਨ ਜੀਤੈ ਜਗ ਜੀਤ। ਜਦੋਂ ਬੰਦਾ ਬਹਾਦਰ ਹੋ ਜਾਂਦੇ ਆ, ਭਾਵ ਗੁਰੂ ਦੇ ਬੰਦੇ ਬਣ ਜਾਂਦੇ ਆ, ਫਿਰ ਖਾਲਸਾ ਜੀ ਅੰਦਰ ਵੀ ਜਿੱਤਣਾ ਆ ਜਾਂਦਾ ਤੇ ਬਾਹਰ ਵੀ ਜਿੱਤਣਾ ਆ ਜਾਂਦਾ। ਖਾਲਸਾ ਜੀ ਇਹੋ ਕਾਰਨ ਸੀ ਜਦੋਂ ਸੈਦ ਬੇਗ ਧੰਨ ਗੁਰੂ ਗੋਬਿੰਦ ਸਿੰਘ ਨੂੰ ਜਿੱਤਣ ਲਈ ਚੱਲਿਆ, ਉਦੋਂ ਬਾਹਰਲੇ ਨੇਤਰਾਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਵੇਖ ਰਿਹਾ ਸੀ, ਵੈਰੀ ਨਜ਼ਰ ਆ ਰਿਹਾ, ਪਰ ਜਦੋਂ ਅੰਦਰਲੇ ਨੇਤਰਾਂ ਦੇ ਨਾਲ ਵੇਖਿਆ ਤੇ ਨਿਰਵੈਰ ਰੂਪ ਨਜ਼ਰ ਆ ਰਿਹਾ। ਜਦੋਂ ਤੁਰਿਆ, ਨਸੀਰਾ ਨੇ, ਉਹਦੀ ਭੈਣ ਨੇ ਕਿਹਾ ਕਿ ਜਿਹਦੇ ਨਾਲ ਟੱਕਰ ਲੈਣ ਲਈ ਜਾ ਰਹੇ ਆ ਖੁਦਾ ਦਾ ਰੂਪ ਹੈ, ਖੁਦਾ ਦੀ ਜੋਤ ਹੈ। ਜਦੋਂ ਜਾ ਰਿਹਾ ਜੰਗ ਦੇ ਮੈਦਾਨ ਵਿੱਚ ਕੰਨਾਂ ਵਿੱਚ ਬੋਲ ਗੂੰਜਦੇ ਨੇ, ਖੁਦਾ ਦਾ ਰੂਪ ਹੈ, ਖੁਦਾ ਦੀ ਜੋਤ ਹੈ। ਜੰਗ ਦੇ ਮੈਦਾਨ ਦੇ ਵਿੱਚ ਹੱਥਾਂ ਵਿੱਚ ਸ਼ਸਤਰ ਪਕੜ ਕੇ ਮਨ ਵਿੱਚ ਫੁਰਨਾ ਜਗਾਉਂਦਾ ਕਿ ਜੇ ਖੁਦਾ ਦਾ ਰੂਪ ਹੈ ਤੇ ਫਿਰ ਵਾਰ ਕਰਨ ਦਾ ਪਹਿਲਾ ਮੌਕਾ ਕਿਤੇ ਮੈਨੂੰ ਦੇ ਦੇਵੇ। ਤੇ ਖਾਲਸਾ ਜੀ ਹਜੇ ਮਨ ਵਿੱਚ ਸੋਚਿਆ, ਧੰਨ ਸਤਿਗੁਰੂ ਚੋਜੀ ਪਿਆਰੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜਾ ਭਜਾ ਕੇ ਸੈਦ ਬੇਗ ਦੇ ਘੋੜੇ ਦੇ ਸਾਹਮਣੇ ਘੋੜਾ ਖੜਾ ਕਰਕੇ ਕਹਿੰਦੇ ਨੇ, ਸੂਰਮਿਆ ਮਨ ਵਿੱਚ ਸੋਚਦਾ ਰਹੇਗਾ ਕਿ ਵਾਰ ਵੀ ਕਰੇਗਾ। ਜਦੋਂ ਇਹ ਬੋਲ ਕੰਨਾਂ ਵਿੱਚ ਪਏ, ਘੋੜੇ ਤੋਂ ਉਤਰਿਆ, ਅੰਦਰਲੀਆਂ ਅੱਖਾਂ ਨਾਲ ਵੇਖਿਆ ਤੇ ਹੁਣ ਨਿਰਵੈਰ ਨਜ਼ਰ ਆਇਆ, ਖੁਦਾ ਦਾ ਰੂਪ ਨਜ਼ਰ ਆਇਆ। ਖਾਲਸਾ ਜੀ ਮੈਂ ਸੋਚ ਰਿਹਾ, ਵੇਖੋ ਇਹ ਗੁਰੂ ਦੀ ਨਜ਼ਰ ਹੈ। ਗੁਰੂ ਚਾਹਵੇ ਤੇ ਵੈਰਾਗੀ ਤੋਂ ਬਹਾਦਰ ਬਣਾ ਸਕਦਾ ਹੈ, ਗੁਰੂ ਚਾਹਵੇ ਤੇ ਬਹਾਦਰ ਤੋਂ ਵੈਰਾਗੀ ਵੀ ਬਣਾ ਸਕਦਾ ਹੈ। ਮਾਧੋ ਦਾਸ ਵੈਰਾਗੀ ਹੈ, ਸ਼ਸਤਰ ਤਿਆਗੇ ਨੇ। ਅੱਜ ਗੁਰੂ ਨੇ ਨਿਗਾਹ ਭਰ ਕੇ ਵੇਖਿਆ ਸ਼ਸਤਰ ਚਕਾਉਣ ਵਾਸਤੇ ਮਾਧੋ ਦਾਸ ਵੈਰਾਗੀ ਨੂੰ ਬੰਦਾ ਬਹਾਦਰ ਬਣਾ ਦਿੱਤਾ, ਸ਼ਸਤਰ ਚਕਾ ਦਿੱਤੇ। ਇੱਕ ਜੰਗ ਦੇ ਮੈਦਾਨ ਵਿੱਚ ਸ਼ਸਤਰ ਚੱਕ ਕੇ ਆਇਆ। ਜੇ ਅੱਜ ਗੁਰੂ ਨੇ ਨਿਗਾਹ ਭਰ ਕੇ ਵੇਖਿਆ ਸ਼ਸਤਰਾਂ ਦਾ ਤਿਆਗ ਕਰਾਉਣ ਲਈ, ਤੇ ਅੱਜ ਸ਼ਸਤਰ ਤਿਆਗ ਵੀ ਕਰਵਾ ਦਿੱਤੇ, ਬਹਾਦਰ ਤੋਂ ਵੈਰਾਗੀ ਵੀ ਬਣਾ ਦਿੱਤਾ। ਇਹ ਗੁਰੂ ਦੀ ਨਜ਼ਰ ਹੈ, ਗੁਰੂ ਦੀ ਨਿਗਾਹ ਹੈ। ਗੁਰੂ ਨੇ ਜੋ ਕਰਾਉਣਾ ਬੰਦੇ ਨੇ ਉਹੀ ਕਰਨਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸਿਫਤ ਦੇ ਵਿੱਚ ਭੱਟ ਸਾਹਿਬ ਕਹਿੰਦੇ, ਦੇਖਤ ਦਰਸ ਭਟਕ ਪ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ। ਗੁਰੂ ਦੇ ਦੀਦਾਰੇ ਕੀਤਿਆਂ ਜਿੱਥੇ ਵਹਿਮ ਭਰਮ ਦੂਰ ਹੁੰਦੇ ਨੇ, ਉੱਥੇ ਕਹਿੰਦੇ ਨੇ ਦੁੱਖ ਭੱਜ ਜਾਂਦੇ ਨੇ, ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਮਨ ਬਾਸ਼ਤ ਫਲ ਪਾਵੈ ਸੋਈ, ਦੁੱਖ ਨਾ ਤਿਸੈ ਵਿਆਪਤ ਕੋਈ। ਗੁਰੂ ਦੇ ਦੀਦਾਰੇ ਕੀਤਿਆਂ ਕਹਿੰਦੇ ਨੇ ਅੰਤਰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹੋ ਕਾਰਨ ਹੈ ਵੀ ਗੁਰੂ ਦੇ ਦੀਦਾਰੇ ਤਾਂ ਹੁੰਦੇ ਨੇ ਜਦੋਂ ਬੰਦਾ ਆਪਣੇ ਆਪ ਨੂੰ ਪਹਿਚਾਣ ਲੈਂਦਾ। ਮਾਧੋ ਦਾਸ ਵੈਰਾਗੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਨੂੰ, ਤੁਸੀਂ ਕੌਣ ਹੋ? ਸਤਿਗੁਰੂ ਨੇ ਕਿਹਾ, ਇਹ ਸਵਾਲ ਮੇਰਾ ਨਹੀਂ, ਇਹ ਸਵਾਲ ਤੇਰਾ, ਆਪਣੇ ਆਪ ਨੂੰ ਪੁੱਛ, ਤੂੰ ਕੌਣ ਹੈ? ਸੁਨੋ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਤੀਕ ਨਾ ਜਾਣੋ, ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਖਾਲਸਾ ਜੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਭਾਈ ਮਹਾਨੰਦ ਜੀ ਸ਼ਰਧਾਵਾਨ ਸਿੱਖ ਨੇ, ਬੜੇ ਸਤਿਗੁਰੂ ਦੇ ਚਰਨਾਂ ਤੇ ਭਰੋਸਾ ਰੱਖਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਕਹਿਣ ਲੱਗੇ, ਪਾਤਸ਼ਾਹ ਅੰਦਰਲੇ ਸੁੱਖ ਦੀ ਪ੍ਰਾਪਤੀ ਕਿਵੇਂ ਹੋਏਗੀ, ਅੰਦਰਲਾ ਸੁੱਖ ਕਿਵੇਂ ਮਿਲੇਗਾ? ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਆਪਨ ਸਰੂਪ ਜਬੈ ਪਛਾਨੋ, ਜਨਮ ਮਰਨ ਤਬ ਬੰਧਨ ਹਾਨੋ। ਭਾਈ ਮਹਾਨੰਦ ਨੂੰ ਕਹਿਣ ਲੱਗੇ, ਸਿੱਖਾ ਜਦੋਂ ਗੁਰੂ ਕਾ ਸਿੱਖ ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਲੈਂਦਾ, ਆਪਣੇ ਮੂਲ ਨੂੰ ਪਹਿਚਾਣ ਲੈਂਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਜਦੋਂ ਅੰਦਰ ਵੇਖਣ ਲੱਗ ਜਾਂਦਾ, ਬਾਹਰਲੀਆਂ ਮੂਰਤਾਂ ਦੇ ਵਿੱਚ ਭਟਕਦਾ ਨਹੀਂ, ਵਹਿਮ ਦੇ ਵਿੱਚ ਨਹੀਂ ਪੈਂਦਾ, ਤੇ ਕਹਿੰਦੇ ਦੁੱਖ ਦੂਰ ਹੁੰਦੇ ਨੇ, ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਨੇ, ਤੇ ਸੁੱਖ ਦੀ ਪ੍ਰਾਪਤੀ ਵੀ ਹੁੰਦੀ ਹੈ। ਜਦੋਂ ਬਾਹਰੋਂ ਜਾਤ ਪਾਤ ਨਹੀਂ ਵੇਖਦਾ, ਸਰੀਰ ਦੇ ਰੰਗ ਰੂਪ ਨਹੀਂ ਵੇਖਦਾ, ਕੇਵਲ ਤੇ ਕੇਵਲ ਸਰੀਰ ਦੇ ਅੰਦਰ ਵਰਤਰੀ ਖੁਦਾ ਦੀ ਜੋਤ ਨੂੰ ਵੇਖਦਾ। ਕਿਉਂਕਿ ਖਾਲਸਾ ਜੀ ਖੁਦਾ ਨਿਰੰਕਾਰ ਸਰੂਪ ਹੋ ਕੇ ਵਰਤ ਰਿਹਾ ਹੈ।
ਖੁਦਾ ਦਾ ਕੋਈ ਵੱਖਰਾ ਰੰਗ ਨਹੀਂ, ਕੋਈ ਰੂਪ ਨਹੀਂ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿ ਨਜੇ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਜਿਸ ਖੁਦਾ ਪਰਮਾਤਮਾ ਦੇ ਰੰਗ ਰੂਪ ਬਾਰੇ ਨਹੀਂ ਦੱਸਿਆ ਜਾ ਸਕਦਾ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਲਿਬਾਸ ਬਾਰੇ ਦੱਸਿਆ ਨਹੀਂ ਜਾ ਸਕਦਾ, ਉਸ ਪਰਮਾਤਮਾ ਨੂੰ ਜੇ ਵੇਖਣਾ ਹੋਵੇ, ਵੇਖਣ ਦੀ ਚਾਹਤ ਹੋਵੇ, ਤੇ ਫਿਰ ਸੱਚ ਹੈ ਖਾਲਸਾ ਜੀ, ਫਿਰ ਸਾਨੂੰ ਰੰਗ ਰੂਪ ਵੇਖਣੇ ਛੱਡਣੇ ਪੈਣਗੇ। ਬਾਹਰਲੇ ਸਰੀਰਾਂ ਨੂੰ, ਬਾਹਰਲੀਆਂ ਜਾਤਾਂ ਛੱਡ ਕਰਕੇ ਅੰਦਰ ਸਰੀਰਾਂ ਦੇ ਵਰਤਰੀ ਜੋਤ ਨੂੰ ਵੇਖਣਾ ਪਏਗਾ। ਕਿਉਂਕਿ ਸਭ ਮਹਿ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਅੰਦਰ ਤੇ ਜੋਤ ਵਰਤ ਰਹੀ ਹੈ, ਪਰ ਉਹ ਜੋਤ ਦੀ ਸੋਝੀ ਆਉਂਦੀ ਗੁਰੂ ਦੀ ਸਿੱਖਿਆ ਨਾਲ। ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਜਦੋਂ ਉਹ ਨਾਮ ਦੀ ਜੋਤ ਗੁਰੂ ਦੇ ਪ੍ਰਤੱਖ ਦੀਦਾਰੇ ਕਰਾਉਂਦੀ ਹੈ, ਫਿਰ ਕਹਿੰਦੇ ਦੁੱਖਾਂ ਦੇ ਖਾਤਮੇ ਵਾਸਤੇ ਜਿਹੜਾ ਬੰਦਾ ਰੋਜ਼ ਇੰਨੇ ਹੀਲੇ ਵਸੀਲੇ ਕਰਦਾ ਪਰ ਚਾਰਾ ਨਹੀਂ ਚੱਲਦਾ, ਕਹਿੰਦੇ ਜਦੋਂ ਗੁਰੂ ਦੇ ਪ੍ਰਤੱਖ ਦੀਦਾਰੇ ਭਾਵਨਾ ਨਾਲ ਕਰਦਾ, ਦੁੱਖਾਂ ਦਾ ਖਾਤਮਾ ਹੋਣ 'ਚ ਇੱਕ ਛਿਨ ਵੀ ਨਹੀਂ ਲੱਗਦਾ। ਇਸੇ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਜਦੋਂ ਬੰਗਲਾ ਸਾਹਿਬ ਆਈਏ ਤੇ ਸਤਿਗੁਰੂ ਦੀ ਦਹਲੀਜ਼ ਤੇ ਖੜ ਕੇ ਨੇਤਰ ਬੰਦ ਕਰਕੇ ਇੱਕ ਵਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆ ਕੇ ਫਿਰ ਗੁਰੂ ਦਰਬਾਰ ਦੇ ਦੀਦਾਰੇ ਕਰਕੇ ਵੇਖੀਏ ਤੇ ਦੁੱਖ ਦੂਰ ਜ਼ਰੂਰ ਹੋਣਗੇ। ਖਾਲਸਾ ਜੀ, ਸਤਿਗੁਰੂ ਦੇ ਦਰਬਾਰ 'ਚ ਆ ਕੇ ਸਤਿਗੁਰੂ ਦੇ ਦੀਦਾਰੇ ਕਰਨ ਦੀ ਚਾਹਤ ਹੋਵੇ ਤੇ ਦੁੱਖ ਜ਼ਰੂਰ ਦੂਰ ਹੁੰਦੇ ਨੇ, ਪਰ ਦੀਦਾਰੇ ਹੋਣ ਗੁਰੂ ਸ਼ਬਦ ਦੇ ਨਾਲ। ਸਤਿਗੁਰੂ ਦੇ ਦਰਬਾਰ 'ਚ ਨਮਸਕਾਰ ਕਰਕੇ ਕੇਵਲ ਨਤਮਸਤਕ ਹੋ ਕੇ ਬਾਹਰ ਨੂੰ ਨਾ ਭੱਜੀਏ, ਬਲਕਿ ਕੁਝ ਪਲ ਇਸ ਦਰਬਾਰ 'ਚ ਬੈਠ ਕਰਕੇ ਅੰਦਰ ਨੂੰ ਜਾਈਏ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਨਣਾ ਗੁਰ ਨਾਉ। ਜੇ ਕੀਰਤਨ ਚੱਲ ਰਿਹਾ ਹੋਵੇ ਤੇ ਟਕਾ ਦੇ ਨਾਲ ਕੀਰਤਨ ਸੁਣੀਏ। ਜੇ ਖਾਲਸਾ ਜੀ ਕਥਾ ਚੱਲ ਰਹੀ ਹੋਵੇ, ਗੁਰਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ, ਤੇ ਗੁਰਸ਼ਬਦ ਦੀ ਵਿਚਾਰ ਨੂੰ ਸੁਣ ਕੇ ਜੀਵਨ ਵਿੱਚ ਕ੍ਰਾਂਤੀ ਲਿਆਈਏ। ਤੇ ਜੇ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ ਤੇ ਫਿਰ ਅਕਾਲੀ ਬਾਣੀ ਦੇ ਪ੍ਰਵਾਹ ਨੂੰ ਸੁਣੀਏ, ਗੁਰਸ਼ਬਦ ਦੇ ਅਭਿਆਸ ਨੂੰ ਸੁਣੀਏ। ਕੁਝ ਪਲ ਇਕਾਂਤ ਵਿੱਚ ਬੈਠ ਕੇ ਜਪਜੀ ਸਾਹਿਬ ਕਰੀਏ। ਇਸ ਪਾਵਨ ਪਵਿੱਤਰ ਅਸਥਾਨ ਦੀਆਂ ਉਹਨਾਂ ਤਰੰਗਾਂ ਨੂੰ ਮਹਿਸੂਸ ਕਰੀਏ ਕਿ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ, ਬਾਲਾ ਪ੍ਰੀਤਮ ਨੇ ਮੁਬਾਰਕ ਚਰਨ ਪਾਏ ਤੇ ਨਾਮ ਦੀ ਰੰਗਤ ਵਰਤਾ ਦਿੱਤੀ। ਸਤਿਗੁਰੂ ਨੇ ਕੁੱਲ ਲਕਾਈ ਦੇ ਦੁੱਖ ਦੂਰ ਕਰ ਦਿੱਤੇ। ਖਾਲਸਾ ਜੀ, ਸਤਿਗੁਰੂ ਤੇ ਅੱਜ ਵੀ ਤਿਆਰ ਨੇ ਦੁੱਖ ਦੂਰ ਕਰਨ ਲਈ। ਮੈਂ ਬੇਨਤੀ ਕਰਾਂ, ਜਦੋਂ ਗੁਰੂ ਕਾ ਸਿੱਖ ਘਰੋਂ ਭਾਵਨਾ ਬਣਾ ਕਰਕੇ ਤੁਰਦਾ ਨਾ ਗੁਰਦੁਆਰਾ ਸਾਹਿਬ ਲਈ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦੀਦਾਰਿਆਂ ਲਈ, ਬੰਗਲਾ ਸਾਹਿਬ ਦੇ ਦਰਸ਼ਨਾਂ ਲਈ, ਚੇਤੇ ਰੱਖਿਓ, ਸਿੱਖ ਦੇ ਘਰੋਂ ਤੁਰਨ ਤੋਂ ਬਾਅਦ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਸਿੱਖ ਅੱਜ ਆ ਰਿਹਾ ਅਰਦਾਸ ਕਰਨ ਵਾਸਤੇ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥ ਦੇ ਵਿੱਚ ਆਪਣੇ ਸਿੱਖ ਵਾਸਤੇ ਦਾਤ ਟਿਕਾ ਕੇ ਬੈਠ ਕੇ ਉਡੀਕ ਕਰਦੇ ਨੇ ਆਪਣੇ ਪਿਆਰੇ ਦੀ, ਕਿ ਆ ਕੇ ਜਦੋਂ ਨਮਸਕਾਰ ਕਰੇਗਾ ਤੇ ਮੈਂ ਇਹਦੀ ਝੋਲੀ ਵਿੱਚ ਦਾਤ ਜ਼ਰੂਰ ਪਾਵਾਂਗਾ। ਖਾਲਸਾ ਜੀ, ਇਸੇ ਕਰਕੇ ਕਿਹਾ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਬਸ ਕਿਤੇ ਸਾਡੀ ਭਾਵਨਾ ਭਾ ਜਾਵੇ। ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ, ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ। ਸਾਰੇ ਕਾਰਜ ਰਾਸ ਕਰਨ ਦੀ ਤਾਕਤ ਹੈ, ਕਲਾ ਹੈ, ਪਰ ਸੱਚਮੁੱਚ ਕਿਤੇ ਸਾਨੂੰ ਅਰਦਾਸ ਕਰਨੀ, ਮੰਗਣ ਦੀ ਜਾਚ ਆ ਜਾਵੇ। ਖਾਲਸਾ ਜੀ, ਮੈਂ ਬੇਨਤੀ ਕਰਾਂ, ਜੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਨਾ, ਕੋਈ ਮੰਗ ਰੱਖੀਏ, ਤੇ ਇੱਕ ਅਰਦਾਸ ਇਹ ਵੀ ਕਰ ਲੈਣੀ ਚਾਹੀਦੀ ਹੈ ਕਿ ਪਾਤਸ਼ਾਹ ਸਾਨੂੰ ਮੰਗਣ ਦੀ ਜਾਚ ਤੇ ਨਹੀਂ, ਪਰ ਪਾਤਸ਼ਾਹ ਤੈਨੂੰ ਸੁਣਨ ਦੀ ਜਾਚ ਹੈ, ਤੈਨੂੰ ਦਾਤ ਦੇਣ ਦੀ ਜਾਚ ਹੈ। ਤੂੰ ਕਿਰਪਾ ਕਰੀ, ਸਾਨੂੰ ਮੰਗਣਾ ਨਹੀਂ ਆਉਂਦਾ, ਸਾਨੂੰ ਤੇਰੇ ਗੁਣ ਗਾਉਣੇ ਨਹੀਂ ਆਉਂਦੇ, ਸਾਡੀ ਭੁੱਲਾਂ ਬਖਸ਼ ਕੇ, ਸਾਡੇ ਗੁਨਾਹ ਮਾਫ ਕਰਕੇ ਵੀ ਕਿਰਪਾ ਕਰਕੇ ਤਰਸ ਕਰਕੇ ਝੋਲੀ ਵਿੱਚ ਦਾਤ ਪਾ ਦੇਈਂ। ਤੇ ਸੱਚ ਹੈ, ਜੇ ਭਾਵਨਾ ਨਾਲ ਅਰਦਾਸ ਕਰਾਂਗੇ ਤੇ ਖਾਲਸਾ ਜੀ ਇਸ ਦਰਬਾਰ ਚੋਂ ਨਾ ਕੋਈ ਖਾਲੀ ਗਿਆ ਤੇ ਨਾ ਹੀ ਸੱਚੇ ਪਾਤਸ਼ਾਹ ਖਾਲੀ ਜਾਣ ਦਿੰਦੇ ਨੇ।
ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੋ ਤੋਈ ਹੈ, ਭੱਟ ਸਾਹਿਬ ਕਹਿੰਦੇ ਦੇਖਤ ਦਰਸ ਭਟਕ ਭ੍ਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਵਿਗਾਸੇ। ਦਰਸ਼ਨ ਕਰਦਿਆਂ ਦੁੱਖ ਦੂਰ ਹੁੰਦੇ ਨੇ ਤੇ ਕਹਿੰਦੇ ਨੇ ਸਹਿਜ ਅਵਸਥਾ ਸਹਿਜ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਭੱਟ ਸਾਹਿਬ ਬਚਨ ਕਰਦੇ ਨੇ, ਸੇਵਕ ਸਿੱਖ ਸਦਾ ਅਤ ਲੁਭਤ, ਆਲ ਸਮੂਹ ਜੋ ਕੁਸਮ ਸੁਵਾਸੇ। ਸਤਿਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਕੇ ਸਿੱਖ, ਗੁਰੂ ਕੀ ਸੰਗਤ, ਗੁਰੂ ਕੇ ਸੇਵਾਦਾਰ, ਗੁਰੂ ਘਰ ਦੇ ਝਾੜੂ ਬਰਦਾਰ ਕਹਿੰਦੇ ਐਸੀ ਭਾਵਨਾ ਦੇ ਨਾਲ, ਐਸੀ ਪਿਆਸ ਦੇ ਨਾਲ, ਐਸੀ ਤੜਪ ਦੇ ਨਾਲ ਆਉਂਦੇ ਨੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਨ। ਕਹਿੰਦੇ ਜਿਵੇਂ ਭੋਰਿਆਂ ਦੇ ਇਕੱਠ ਫੁੱਲਾਂ ਦੀ ਵਾਸ਼ਨਾ ਦੇ ਵਾਸਤੇ ਤਰਸਦੇ ਹੋਏ ਜਾਂਦੇ ਨੇ। ਤੇ ਸੱਚ ਹੈ, ਜਿਵੇਂ ਫੁੱਲਾਂ ਦੇ ਵਿੱਚੋਂ ਉਹਨਾਂ ਭੋਰਿਆਂ ਨੂੰ ਰਸ ਮਿਲਦਾ ਹੈ, ਜਦੋਂ ਗੁਰੂ ਕੀ ਸਿੱਖ ਸੰਗਤ ਗੁਰੂ ਚਰਨਾਂ ਵਿੱਚ ਜੁੜਦੀ ਹੈ ਤੇ ਇੱਥੋਂ ਮਹਾ ਰਸ ਮਿਲਦਾ ਹੈ, ਇੱਥੋਂ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਖਾਲਸਾ ਜੀ ਇਹੋ ਕਾਰਨ ਸੀ ਵੀ ਜੇ ਗੁਰੂ ਦਰਬਾਰ ਵਿੱਚ ਆ ਕਰਕੇ ਦਰਸ਼ਨ ਕਰਨ ਦੀ ਜਾਚ ਆ ਜਾਵੇ, ਗੁਰੂ ਦੇ ਦੀਦਾਰੇ ਕਰਨ ਦੀ ਜਾਚ ਆ ਜਾਵੇ, ਤੇ ਜਿਵੇਂ ਭੋਰੇ ਫੁੱਲਾਂ ਦਾ ਰਸ ਲੈਣ ਲਈ ਜਾਂਦੇ ਨੇ, ਜੇ ਆਪਾਂ ਉਸ ਤਰ੍ਹਾਂ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਨਾਮ ਰਸ ਦੀ ਪ੍ਰਾਪਤੀ ਵਾਸਤੇ ਆਵਾਂਗੇ ਤੇ ਸੱਚ ਹੈ ਸੰਸਾਰ ਦੇ ਦੁੱਖਾਂ ਦਾ ਫਿਰ ਬਹੁਤਾ ਪ੍ਰਭਾਵ ਵੀ ਨਹੀਂ ਪੈਂਦਾ। ਫਿਰ ਇਸ ਮਾਇਆਵੀ ਸੰਸਾਰ 'ਚ ਬੰਦਾ ਡੋਲਦਾ ਨਹੀਂ। ਹੁਣ ਸੀਸ ਤੇ ਆਰਾ ਚੱਲ ਰਿਹਾ ਹੋਵੇ, ਇਸ ਤੋਂ ਵੱਡਾ ਦੁੱਖ ਕੋਈ ਨਹੀਂ, ਪਰ ਸਾਹਮਣੇ ਗੁਰੂ ਦੇ ਦੀਦਾਰੇ ਹੋ ਰਹੇ ਨੇ। ਦਰਸ਼ਨ ਦੇਖਤ ਭਟਕ ਭ੍ਰਮ ਭਜਤ, ਗੁਰੂ ਦੇ ਦੀਦਾਰਿਆਂ ਦੇ ਕਾਰਨ, ਗੁਰੂ ਦੇ ਦਰਸ਼ਨਾਂ ਦੇ ਕਾਰਨ ਉਹ ਦੁੱਖ ਵੀ ਛੋਟਾ ਜਿਹਾ ਬਣ ਜਾਂਦਾ ਜਦੋਂ ਸਾਹਮਣੇ ਗੁਰੂ ਦੇ ਦੀਦਾਰੇ ਹੋਣ। ਇਸੇ ਕਰਕੇ ਸਤਿਗੁਰੂ ਦੀ ਬਾਣੀ ਨੇ ਕਿਹਾ ਵੀ ਜਦੋਂ ਗੁਰੂ ਦਰਬਾਰ 'ਚ ਅੰਮ੍ਰਿਤ ਵੇਲੇ ਹਾਜ਼ਰੀ ਭਰਨੀ ਹੈ ਨਾ, ਤੇ ਕੇਵਲ ਅੰਮ੍ਰਿਤ ਵੇਲੇ ਹਾਜ਼ਰੀ ਭਰ ਕੇ ਦੀਦਾਰੇ ਕਰਕੇ ਬਾਹਰ ਜਾ ਕੇ ਗੁਰੂ ਦੀ ਮੂਰਤ ਨੂੰ ਭੁੱਲ ਨਾ ਜਾਵੀਂ। ਗੁਰ ਕੀ ਮੂਰਤ ਮਨ ਮਹਿ ਧਿਆਨ। ਇੱਥੇ ਆ ਕੇ ਜਦੋਂ ਮੱਥਾ ਟੇਕੇ ਤੇ ਗੁਰੂ ਦੀ ਮੂਰਤ ਸਦਾ ਲਈ ਆਪਣੇ ਨੇਤਰਾਂ ਵਿੱਚ ਵਸਾ ਕੇ ਲੈ ਜਾਵੀਂ। ਜਦੋਂ ਪੀਰ ਬੁੱਧੂ ਸ਼ਾਹ ਨੇ ਬਾਜਾਂ ਵਾਲੇ ਸਤਿਗੁਰੂ, ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਦੀਦਾਰੇ ਕੀਤੇ ਨਾ, ਤੇ ਖਾਲਸਾ ਜੀ ਉਹਨਾਂ ਨੇ ਬਚਨ ਕਹੇ, ਐਸੀ ਮਿਲਣੀ ਅਬ ਮਿਲ ਗਇਓ, ਲੈ ਦਰਸ਼ਨ ਕੋ ਮਨ ਦੇ ਗਇਓ। ਪਾਤਸ਼ਾਹ ਐਸੀ ਮਿਲਣੀ ਤੇਰੇ ਨਾਲ ਮਿਲਿਆ, ਤੇਰੇ ਦਰਸ਼ਨਾਂ ਨੂੰ, ਤੇਰੀ ਇਸ ਪਿਆਰੀ ਮੂਰਤ ਨੂੰ ਨੇਤਰਾਂ ਵਿੱਚ ਵਸਾ ਚੱਲਿਆ ਤੇ ਆਪਣਾ ਮਨ ਸਦਾ ਲਈ ਤੇਰੇ ਚਰਨਾਂ ਵਿੱਚ ਵੇਚ ਚੱਲਿਆ। ਆਪਣਾ ਮਨ ਵੇਚਾਂਗੇ ਤੇ ਸਤਿਗੁਰੂ ਦੀ ਪਿਆਰੀ, ਸਤਿਗੁਰੂ ਦੀ ਅਲਾਹੀ ਪ੍ਰਤਾਪੀ ਮੂਰਤ ਇਹ ਖਾਲਸਾ ਜੀ ਸਾਡੇ ਅੰਦਰ ਵਸ ਜਾਵੇਗੀ। ਤੇ ਫਿਰ ਗੁਰੂ ਕਾ ਸਿੱਖ ਭਾਵੇਂ ਕਾਰੋਬਾਰ ਕਰਦਾ ਹੋਵੇ, ਭਾਵੇਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਘਰ ਦੇ ਕੰਮ ਕਰਦਾ ਹੋਵੇ, ਪਰ ਫਿਰ ਵੀ ਰੂਹ ਇਹ ਗੱਲ ਦੀ ਹਾਮੀ ਭਰਦੀ ਰਹਿੰਦੀ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਇਹ ਸਾਡੀ ਅੰਤਰ ਆਤਮਾ ਹਾਮੀ ਭਰਦੀ ਹੈ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਖਾਲਸਾ ਜੀ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਪੂਤੇ। ਕਹਿੰਦੇ ਜਿਵੇਂ ਸਰੀਰ ਦੇ ਅੰਗ ਤੇਰਾ ਖਹਿੜਾ ਨਹੀਂ ਛੱਡਦੇ, ਬਸ ਸਤਿਗੁਰੂ ਵੀ ਤੇਰੇ ਅੰਗ ਸੰਗ ਰਹਿੰਦੇ ਨੇ। ਕਹਿੰਦੇ ਨੇ ਸਰੀਰ ਦੇ ਅੰਗ ਤੇ ਭਾਵੇਂ ਕਈ ਵਾਰ ਜ਼ਿੰਦਗੀ ਦੇ ਵਿੱਚ ਆਪਾਂ ਕਈਆਂ ਦੇ ਵੇਖਦੇ ਅੰਗ ਦੂਰ ਵੀ ਹੋ ਜਾਂਦੇ ਆ ਸਰੀਰ ਦੇ, ਪਰ ਗੁਰੂ ਐਸਾ ਕਲਾ ਦਾ ਮਾਲਕ ਹੈ, ਰਹਿਮਤ ਦਾ ਮਾਲਕ ਹੈ। ਸਤਿਗੁਰੂ ਕਦੇ ਆਪਣੇ ਸਿੱਖ ਤੋਂ ਦੂਰ ਨਹੀਂ ਹੁੰਦੇ। ਖਾਲਸਾ ਜੀ ਸਤਿਗੁਰੂ ਕਦੇ ਆਪਣੇ ਸਿੱਖ ਦੀ ਬਾਹ ਨਹੀਂ ਛੱਡਦੇ। ਸਤਿਗੁਰੂ ਇਸ ਸੰਸਾਰ ਦੇ ਵਿੱਚ ਆਪਣੇ ਸਿੱਖ ਨੂੰ ਕਦੇ ਕੱਲਿਆਂ ਨਹੀਂ ਪੈਣ ਦਿੰਦੇ। ਸਦਾ ਸਤਿਗੁਰੂ ਆਪਣੇ ਸਿੱਖ ਦੇ ਨਾਲ ਵਰਤਦੇ ਨੇ। ਸਿੱਖ ਗੁਰੂ ਕਾ ਦਰਿਆ ਦੇ ਵਿੱਚ ਡੁੱਬਦੇ ਬੇੜੇ ਵਿੱਚ ਹੋਵੇ, ਡੁੱਬ ਰਿਹਾ ਹੋਵੇ, ਜੇ ਗੁਰੂ ਕਾ ਸਿੱਖ ਭਾਵਨਾ ਨਾਲ ਉਦੋਂ ਵੀ ਆਵਾਜ਼ ਮਾਰ ਲਵੇ ਤੇ ਗੁਰੂ ਉੱਥੇ ਵੀ ਡੁੱਬਦਾ ਬੇੜਾ ਪਾਰ ਕਰਾਉਣ ਲਈ ਪਹੁੰਚ ਜਾਂਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਵੇਖੀਏ ਤੇ ਸਤਿਗੁਰੂ ਦੇ ਘਰੋਂ ਰਹਿਮਤ ਮਿਲਦੀ ਹੈ, ਪਰ ਅਰਦਾਸ ਕਰਨ ਵੇਲੇ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਸਤਿਗੁਰੂ ਨੇ ਜੋ ਬਚਨ ਕੀਤੇ ਨੇ ਕਿ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਨਾਮ ਦਾ ਅਭਿਆਸ ਵੀ ਕੀਤਾ ਕਿ ਨਹੀਂ ਕੀਤਾ, ਨਿਤਨੇਮ ਵੀ ਕੀਤਾ ਕਿ ਨਹੀਂ ਕੀਤਾ। ਗੁਰੂ ਦਰਬਾਰ ਵਿੱਚ ਆ ਕੇ ਹਾਜ਼ਰੀ ਭਰੀਏ, ਅਰਦਾਸ ਕਰੀਏ, ਪਾਤਸ਼ਾਹ ਜਿੱਥੇ ਸੰਸਾਰ ਦੇ ਪਦਾਰਥ
ਤੁਹਾਡੇ ਚਰਨਾਂ ਚੋਂ ਮਿਲਦੇ ਨੇ। ਕਿਰਪਾ ਕਰਿਓ, ਨਾਮ ਦੀ ਦਾਤ ਵੀ ਦਿਓ, ਨਿਤਨੇਮ ਦੀ ਦਾਤ ਵੀ ਦਿਓ, ਅੰਮ੍ਰਿਤ ਵੇਲੇ ਦਾ ਜਾਗਣਾ ਵੀ ਦਿਓ। ਜਦੋਂ ਸਿੰਘ ਸਾਹਿਬ ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ ਤੇ ਖਾਲਸਾ ਜੀ ਸਿੱਖਿਆ ਲੈਣੀ ਚਾਹੀਦੀ ਹੈ। ਅਰਦਾਸ ਕਰਨ ਵੇਲੇ ਇਹ ਬਚਨ ਵੀ ਕਹਿੰਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਸਿੱਖ ਸੰਗਤਾਂ ਨੇ ਤੇਰੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ, ਤਿੰਨਾਂ ਤਿੰਨਾਂ ਸਿੱਖ ਸੰਗਤਾਂ ਦੀ ਝੋਲੀ ਵਿੱਚ ਸਿੱਖੀ ਦੀ ਦਾਤ ਪਾਇਓ, ਨਾਮ ਦੀ ਦਾਤ ਪਾਇਓ, ਅੰਮ੍ਰਿਤ ਵੇਲੇ ਦੇ ਜਾਗਣੇ ਪਾਇਓ, ਕਲਯੁਗ ਦੇ ਪ੍ਰਭਾਵ ਤੋਂ ਬਚਾਇਓ। ਕਿਉਂਕਿ ਅੰਮ੍ਰਿਤ ਵੇਲੇ ਦਾ ਜਾਗਣਾ ਹੋਵੇਗਾ, ਗੁਰਸ਼ਬਦ ਦਾ ਅਭਿਆਸ ਹੋਵੇਗਾ ਤੇ ਸਾਡੇ ਆਲੇ ਦੁਆਲੇ ਗੁਰਸ਼ਬਦ ਦੀ ਇੱਕ ਲਕੀਰ ਖਿੱਚੀ ਜਾਵੇਗੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਸਤਿਗੁਰੂ ਸੁੱਖਾਂ ਦੇ ਦਾਤੇ ਨੇ, ਪਰ ਕਿਤੇ ਇਸ ਤਰ੍ਹਾਂ ਪਿਆਰ ਨਾਲ ਕਹਿਣਾ ਆ ਜਾਵੇ ਵੀ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਮੇਰਾ ਹੋਰ ਥਾਉ ਨਾਹੀ, ਜਿਸ ਪੇ ਹੋਂ ਕਰੋ ਬੇਨੰਤੀ। ਸੰਸਾਰ ਦੇ ਤਖਤੇ ਤੇ ਕੋਈ ਹੋਰ ਨਹੀਂ ਜਿਹਦੇ ਅੱਗੇ ਮੈਂ ਪੁਕਾਰ ਕਰਾਂ, ਕੇਵਲ ਤੂੰ ਹੈ। ਭੱਟ ਸਾਹਿਬ ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੱਖ, ਗੁਰੂ ਕੇ ਸੇਵਾਦਾਰ, ਗੁਰੂ ਕੀ ਸੰਗਤ ਗੁਰੂ ਚਰਨਾਂ ਦੇ ਵਿੱਚ ਆ ਕਰਕੇ ਇਸ ਤਰ੍ਹਾਂ ਸਤਿਗੁਰੂ ਦੇ ਚਰਨਾਂ ਦਾ ਆਨੰਦ ਮਾਣਦੀ ਹੈ ਜਿਵੇਂ ਭੌਰੇ ਫੁੱਲਾਂ ਦਾ ਜਾ ਕੇ ਰਸ ਮਾਣਦੇ ਨੇ। ਤੇ ਅੱਗੇ ਭੱਟ ਸਾਹਿਬ ਬਚਨ ਕਰਦੇ ਨੇ, ਵਿਦਿਆਮਾਨ ਗੁਰ ਆਪ ਥਪਿਓ ਥਿਰ, ਸਾਚੋ ਤਖਤ ਗੁਰੂ ਰਾਮਦਾਸ ਹੈ। ਵਿਦਿਆਮਾਨ ਪ੍ਰਤੱਖ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਇਸ ਤਖਤ ਦੇ ਉੱਤੇ ਥਾਪਿਆ। ਇਸ ਦਰਗਾਹੀ, ਇਸ ਨਿਰੰਕਾਰੀ ਤਖਤ ਦੇ ਉੱਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸੁਭਾਏਮਾਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਨਿਰੰਕਾਰੀ ਇਸ ਦਰਗਾਹੀ ਤਖਤ ਦੀ ਪਹਿਚਾਣ ਕਰਾਈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਜਿੱਥੇ ਸਤਿਗੁਰੂ ਦਾ ਦਰਬਾਰ ਵੱਡਾ ਹੈ, ਉੱਥੇ ਖਾਲਸਾ ਜੀ ਸਤਿਗੁਰੂ ਦਾ ਤਖਤ ਸਦਾ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ। ਤਖਤ ਉਹਨੂੰ ਕਿਹਾ ਜਾਂਦਾ ਹੈ ਜਿਹਦਾ ਹੁਕਮ ਚੱਲੇ। ਸੰਸਾਰ ਤੇ ਵੀ ਆਪਾਂ ਵੇਖਦੇ ਹਾਂ ਨਾ, ਸਰਕਾਰਾਂ ਨੂੰ, ਹਕੂਮਤਾਂ ਨੂੰ ਪੁਰਾਣੇ ਸਮੇਂ ਵਿੱਚ ਹੀ ਕਿਹਾ ਜਾਂਦਾ ਸੀ ਕਿ ਦਿੱਲੀ ਦਾ ਤਖਤ ਹੈ, ਲਾਹੌਰ ਦਾ ਤਖਤ ਹੈ। ਪਰ ਸੰਸਾਰ ਦੇ ਵਿੱਚ ਹਕੂਮਤਾਂ ਕੁਝ ਸਮੇਂ ਲਈ ਹੁੰਦੀਆਂ, ਉਹ ਤਖਤਾਂ ਦੀ ਪਹੁੰਚ, ਤਖਤਾਂ ਦੀ ਹੋਂਦ ਕੁਝ ਸਮੇਂ ਵਾਸਤੇ ਹੁੰਦੀ ਹੈ। ਪਰ ਜਿਸ ਤਖਤ ਦੇ ਲੜ ਸਤਿਗੁਰੂ ਨੇ ਸਾਨੂੰ ਲਾਇਆ ਹੈ, ਇਹ ਤਖਤ ਸਦਾ ਸੱਚਾ ਹੈ, ਇਹ ਤਖਤ ਸਦਾ ਕਾਇਮ ਰਹਿਣ ਵਾਲਾ ਹੈ। ਤੇ ਇਸ ਤਖਤ ਦਾ ਹੁਕਮ ਸਾਰਿਆਂ ਦੇ ਉੱਤੇ ਚੱਲਦਾ ਹੈ। ਇਹਦਾ ਹੁਕਮ ਬਾਦਸ਼ਾਹਾਂ ਤੇ ਵੀ ਚੱਲਦਾ ਹੈ, ਇਹਦਾ ਹੁਕਮ ਫਕੀਰਾਂ ਤੇ ਵੀ ਚੱਲਦਾ ਹੈ, ਇਹਦਾ ਹੁਕਮ ਸੰਸਾਰ ਦੀ ਬਨਸਪਤੀ ਤੇ ਵੀ ਚੱਲਦਾ ਹੈ, ਕੁੱਲ ਬ੍ਰਹਮੰਡ ਤੇ ਵੀ ਚੱਲਦਾ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਖੰਡਾਂ ਬ੍ਰਹਮੰਡਾਂ ਦੇ ਉੱਤੇ ਵੀ ਇਸ ਸੱਚੇ ਨਾਮ ਦੇ ਤਖਤ ਦਾ ਹੁਕਮ ਚੱਲ ਰਿਹਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਤਖਤ ਤੇ ਸੁਭਾਏਮਾਨ ਨੇ ਜਿਹੜਾ ਤਖਤ ਨਹੀਂ ਡੋਲਦਾ, ਤੇ ਜਿਹੜੇ ਇਸ ਤਖਤ ਦੇ ਲੜ ਲੱਗ ਜਾਂਦੇ ਨੇ ਖਾਲਸਾ ਜੀ, ਉਹ ਵੀ ਡੋਲਦੇ ਨਹੀਂ। ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਰਹਿਮਤਾਂ ਦਿਆਲਤਾ ਵਾਲਾ ਹੈ ਕਿ ਸੰਸਾਰ ਦੇ ਉੱਤੇ ਸਾਨੂੰ ਇਹੋ ਜਿਹਾ ਮੁਰਸ਼ਦ ਵੀ ਨਹੀਂ ਮਿਲਣਾ। ਇਹ ਤਖਤ ਤੇ ਸੱਚਾ ਹੈ, ਸੰਸਾਰ ਦੇ ਉੱਤੇ ਇਹੋ ਜਿਹਾ ਤਖਤ ਹੋਰ ਕੋਈ ਨਹੀਂ, ਐਸਾ ਅਨਮੋਲ ਤਖਤ ਹੈ। ਪਰ ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਬੜੀ ਵੱਡੀ ਸਿੱਖਿਆ ਦਿੰਦੇ ਨੇ, ਐਸੇ ਨਿਰੰਕਾਰੀ ਦਰਗਾਹੀ ਤਖਤ ਤੇ ਸੁਭਾਏਮਾਨ ਹੋ ਕੇ ਵੀ ਗੁਰੂ ਰਾਮਦਾਸ ਦਾਵਾ ਨਹੀਂ ਕਰਦੇ, ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਿੱਖਾ, ਇਹ ਤਖਤ ਦਾ ਮਾਲਕ ਬਣਦਾ ਹੀ ਉਹ ਹੈ ਜਿਹੜਾ ਨਿਮਰਤਾ ਚ ਆ ਜਾਵੇ, ਨਮਾਣਾ ਹੋ ਜਾਵੇ। ਇਸੇ ਕਰਕੇ ਸਿੱਖਾਂ ਦੀ ਅਰਦਾਸ ਦੇ ਵਿੱਚ ਨਿਤ ਵਚਨ ਹੁੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਤੇ ਮੱਤ ਉੱਚੀ। ਇਹਨਾਂ ਦੀ ਮੱਤ ਉੱਚੀ ਰਵੇ ਤੇ ਮਨ ਸਦਾ ਨੀਵਾ ਰਵੇ, ਗੁਰੂ ਚਰਨਾਂ ਵਿੱਚ ਰਵੇ। ਖਾਲਸਾ ਜੀ, ਇਹ ਤਖਤ ਦੀ ਵਡਿਆਈ ਹੈ, ਪਰ ਸਤਿਗੁਰੂ ਨੇ ਦਾਵਾ ਨਹੀਂ ਕੀਤਾ। ਤੇ ਦੂਸਰਾ ਇੱਕ ਹੋਰ ਬੜਾ ਹੀ ਪਿਆਰਾ ਬਚਨ ਕਿ ਵੇਖੋ ਸੰਸਾਰ ਤੇ ਇਹੋ ਜਿਹਾ ਮੁਰਸ਼ਦ ਨਹੀਂ
ਜਿਹੜਾ ਐਸਾ ਅਨਮੋਲ, ਐਸਾ ਨਿਰੰਕਾਰੀ ਦਰਗਾਹੀ ਤਖਤ ਵੀ ਆਪਣੇ ਸਿੱਖਾਂ ਵਿੱਚ, ਆਪਣੀ ਸੰਗਤ ਵਿੱਚ ਵੰਡ ਜਾਵੇ। ਸੰਸਾਰ ਦੇ ਤਖਤੇ ਦੇ ਉੱਤੇ ਮੁਰਸ਼ਦ ਤਖਤ ਤੇ ਬੈਠੇਗਾ, ਮੁਰੀਦ ਨੀਵੇਂ ਬੈਠਣਗੇ। ਕੇਵਲ ਤੇ ਕੇਵਲ ਇਹੋ ਤਖਤ ਹੈ ਜਿਸ ਤਖਤ ਦੇ ਉੱਤੇ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਵੀ ਉੱਚਾ ਬਿਠਾ ਦਿੱਤਾ। ਤੇ ਇਹੋ ਜਿਹਾ ਮੁਰਸ਼ਦ ਨਹੀਂ ਮਿਲਣਾ ਜੋ ਇਤਨਾ ਮਾਣ ਆਪਣੀ ਸੰਗਤ ਨੂੰ, ਇਤਨਾ ਪਿਆਰ ਆਪਣੀ ਸੰਗਤ ਨੂੰ ਕਰੇ ਕਿ ਜਿਹਦੇ ਬੂਹੇ ਤੇ ਰੋਜ਼ ਮੰਗਣ ਲਈ ਜਾਈਏ। ਸੰਸਾਰ ਤੇ ਕਿਤੇ ਬੂਹੇ ਤੇ ਮੰਗਣ ਲਈ ਚਲੇ ਜਾਈਏ ਨਾ, ਕਿਸੇ ਜਾਣਕਾਰ ਦੇ, ਕਿਸੇ ਸੱਜਣ ਮਿੱਤਰ ਦੇ 1 ਦਿਨ 2 ਦਿਨ ਮੰਗ ਪੂਰੀ ਕਰ ਵੀ ਦੇਵੇਗਾ, ਪਰ ਫਿਰ ਅੱਕ ਕੇ ਕਵੇਗਾ ਵੀ ਰੋਜ਼ ਹੀ ਆ ਜਾਂਦਾ ਹੈ। ਪਰ ਕੇਵਲ ਤੇ ਕੇਵਲ ਇਹ ਮੁਰਸ਼ਦ ਹੈ ਜਿਹਦੇ ਦਰਬਾਰ 'ਚ ਰੋਜ਼ ਉੱਠ ਕੇ ਮੰਗਣ ਲਈ ਜਾਈਏ ਤੇ ਅੱਗੋਂ ਇਹ ਅੱਕੇ ਨਾ, ਬਲਕਿ ਮੁਸਕਰਾ ਕੇ ਕਵੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਤੇ ਫਿਰ ਵੀ ਪਿਆਰਿਓ ਕਹਿ ਕੇ ਪੁਕਾਰੇ ਕਿ ਗਾਵੋ ਸੱਚੀ ਬਾਣੀ, ਸਿੱਖੋ ਜਿੰਨਾ ਮਰਜ਼ੀ ਮੰਗ ਲਓ, ਸਾਰਾ ਖਜ਼ਾਨਾ ਹੀ ਤੁਹਾਡਾ ਹੈ। ਕਲਗੀਆਂ ਵਾਲੇ ਨੇ ਇਹ ਤਖਤ ਵੀ ਵੰਡ ਦਿੱਤਾ। ਆਪਨ ਪਉ ਸ੍ਰੀ ਖਾਲਸੇ ਸੌਂਪਾ, ਦਵਤਿ ਰੂਪ ਸਤਿਗੁਰੂ ਗ੍ਰੰਥਾ। ਸਤਿਗੁਰੂ ਨੇ ਆਪਣਾ ਆਪ ਵੀ ਖਾਲਸਾ ਜੀ ਆਪਣੇ ਸਿੱਖ ਪਿਆਰਿਆਂ ਦੇ ਅੱਗੇ ਸੌਂਪ ਦਿੱਤਾ, ਸਮਰਪਿਤ ਕਰ ਦਿੱਤਾ। ਸਿੰਘ ਸਾਹਿਬ ਜੀ ਨੇ ਬਚਨ ਕੀਤਾ ਅੱਜ ਅੰਮ੍ਰਿਤ ਸੰਚਾਰ ਹੋਣਾ ਹੈ। ਖਾਲਸਾ ਜੀ ਸਤਿਗੁਰੂ ਅੱਗੇ ਅਰਦਾਸ ਕਰੀਏ, ਜਿਨ੍ਹਾਂ ਨੇ ਖੰਡੇ ਦੀ ਪੋਲ ਨਹੀਂ ਲਈ ਸਤਿਗੁਰੂ ਤੋਂ ਮੰਗ ਕਰੀਏ ਕਿਰਪਾ ਕਰਕੇ ਅੰਮ੍ਰਿਤ ਦੀ ਦਾਤ ਦਿਓ, ਖੰਡੇ ਦੀ ਪੋਲ ਦਿਓ। ਕਿਉਂਕਿ ਬੜੀ ਕਿਰਪਾ, ਬੜਾ ਮਾਣ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਤਖਤ ਤੋਂ ਸਾਨੂੰ ਦਿੱਤਾ ਹੈ। ਇਹ ਤਖਤ ਵੀ ਸਤਿਗੁਰੂ ਨੇ ਆਪਣੇ ਸਿੱਖਾਂ ਦਾ ਬਣਾ ਦਿੱਤਾ ਤੇ ਬਚਨ ਕੀਤੇ, ਸ਼੍ਰੋਮਣੀ ਪੰਥ ਹੈ ਤੂੰ ਗੁਰੂ ਖਾਲਸਾ ਜੀ, ਤੂੰ ਬਖਸ਼ਿੰਦ ਤੇ ਮੈਂ ਹਾਂ ਫਕੀਰ ਤੇਰਾ। ਮੈਨੂੰ ਨਦਰੋ ਨਦਰ ਨਿਹਾਲ ਕਰ ਦੇ, ਮੈਂ ਨਾ ਚੀਜ਼ ਤੇ ਤੂੰ ਹੈ ਮੀਰ ਮੇਰਾ। ਆਪਣੇ ਹੁਕਮ ਅਨੁਸਾਰ ਚਲਾਈ ਮੈਨੂੰ, ਆਪਣੇ ਹੁਕਮ ਅਨੁਸਾਰ ਚਲਾਈ ਮੈਨੂੰ। ਤੇਰੇ ਹੱਥ ਵਿੱਚ ਕਰਮ ਤਕਦੀਰ ਮੇਰਾ, ਤੇਰੇ ਹੁਕਮ ਅਨੁਸਾਰ ਚੱਲਾਂ ਗੁਰੂ ਖਾਲਸਾ ਜੀ। ਤੂੰ ਕਮਾਨ ਹੋਵੇ ਮੈਂ ਹੋਵਾਂ ਤੀਰ ਤੇਰਾ। ਇਹੋ ਜਿਹੇ ਬਚਨ ਆਪਣੇ ਮੁਰੀਦਾਂ ਵਾਸਤੇ ਇਹ ਮੁਰਸ਼ਦ ਹੀ ਕਰ ਸਕਦਾ ਹੈ ਕਿ ਇਹ ਮੁਰੀਦ, ਇਹ ਮੇਰੇ ਪਿਆਰੇ ਸਿੱਖਾ, ਤੇਰੇ ਹੱਥਾਂ ਵਿੱਚ ਮੇਰਾ ਕਰਮ ਤਕਦੀਰ ਹੈ। ਇਹ ਕੇਵਲ ਇਹੀ ਗੁਰੂ ਹੈ, ਇਸੇ ਤਖਤ ਦਾ ਮਾਲਕ ਹੈ ਜਿਹੜਾ ਖਾਲਸਾ ਜੀ ਆਪਣੇ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਕਵੇ ਕਿ ਤੂੰ ਆਪਣੇ ਹੁਕਮ ਅਨੁਸਾਰ ਚਲਾਈ, ਪਰ ਤੂੰ ਖਾਲਸਾ ਬਣ ਜਾਈ, ਤੂੰ ਪੰਥ ਰੂਪ ਹੋ ਜਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਹੈ ਮਿਲੰਤ ਜਮ ਤਰਾਸ ਮਿਟਾਈ। ਤੂੰ ਸੰਗਤ ਰੂਪ ਹੋ ਕੇ, ਪੰਥ ਰੂਪ ਹੋ ਕੇ ਚੱਲਣੀ, ਮੈਂ ਤੇਰੇ ਹੁਕਮ ਵਿੱਚ ਚੱਲਾਂਗਾ। ਖਾਲਸਾ ਜੀ ਸੱਚ ਹੈ। ਸਤਿਗੁਰੂ ਦੇ ਇਸ ਨਿਆਰੇ ਤਖਤ ਦੇ ਵਿੱਚੋਂ ਇਹ ਵਡਿਆਈ ਮਿਲਦੀ ਹੈ। ਜੇ ਕਿਤੇ ਸਤਿਗੁਰੂ ਦੇ ਹੋਣਾ ਆ ਜਾਵੇ, ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਆ ਜਾਵੇ, ਸਾਨੂੰ ਇੱਕ ਹੋਣਾ ਆ ਜਾਵੇ, ਸਾਨੂੰ ਪੰਥ ਰੂਪ ਚ ਵਿਚਰਨਾ ਆ ਜਾਵੇ, ਤੇ ਸਤਿਗੁਰੂ ਕਹਿੰਦੇ ਸੰਸਾਰ ਦੀਆਂ ਪਾਤਸ਼ਾਹੀਆਂ ਬਾਦਸ਼ਾਹੀਆਂ ਵੀ ਤੇਰੇ ਚਰਨਾਂ ਵਿੱਚ ਝੁਕ ਜਾਣਗੀਆਂ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੂੰ ਖਾਲਸਾ ਬਣ, ਪਾਤਸ਼ਾਹੀਆਂ ਤੇਰੇ ਕਦਮ ਚੁੰਮਣਗੀਆਂ, ਤੂੰ ਇੱਕ ਹੋ। ਅੰਦਰ ਦੀ ਵੈਰਤਾ ਛੱਡ, ਵੈਰਤਾ ਛੱਡ ਕਰਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਗੁਰੂ ਦੇ ਦਰਬਾਰ ਵਿੱਚ ਇੱਕ ਹੋ ਕੇ ਆ ਜਾ, ਮੈਂ ਸਾਰੀਆਂ ਰਹਿਮਤਾਂ ਤੇਰੀ ਝੋਲੀ ਵਿੱਚ ਪਾ ਦਿਆਂਗਾ। ਖਾਲਸਾ ਜੀ ਵੇਖੋ, ਕਿਸਾਨੀ ਮੋਰਚਾ ਲੱਗਾ, ਸਤਿਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਸਾਲ ਭਰ ਤੋਂ ਜ਼ਬਰ ਦਾ ਟਾਕਰਾ ਸਬਰ ਦੇ ਨਾਲ ਗੁਰੂ ਕੀ ਸਿੱਖਾਂ ਨੇ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਝੋਲੀ ਵਿੱਚ ਜਿੱਤ ਪਾਈ, ਫਤਿਹ ਪਾਈ। ਰੋਜ਼ਾਨਾ ਗੁਰੂ ਘਰਾਂ ਦੇ ਵਿੱਚ ਤਖਤ ਸਾਹਿਬਾਨਾਂ ਤੇ ਅਰਦਾਸ ਕੀਤੀ ਜਾਂਦੀ ਸੀ ਵੀ ਫਤਿਹ ਆਬੀ ਹੋਵੇ, ਤੇ ਸਤਿਗੁਰੂ ਨੇ ਕਿਰਪਾ ਕਰਕੇ ਝੋਲੀ ਵਿੱਚ ਫਤਿਹ ਵੀ ਪਾਈ। ਪਰ ਇੱਕ ਬੜੀ ਵੱਡੀ ਸਿੱਖਿਆ ਵੀ ਇਸ ਮੋਰਚੇ ਤੋਂ ਮਿਲੀ ਵੀ ਜਦੋਂ ਪੰਥ ਰੂਪ ਚ ਹੋ ਕੇ ਵਿਚਰੇ, ਜਦੋਂ ਇੱਕ ਹੋ ਕੇ ਵਿਚਰੇ, ਜਦੋਂ ਇੱਕ ਹੋ ਗਏ ਤੇ ਸਤਿਗੁਰੂ ਨੇ ਫਤਿਹ ਵੀ, ਜਿੱਤਾਂ ਵੀ ਝੋਲੀ ਵਿੱਚ ਪਾ ਦਿੱਤੀਆਂ। ਬਸ ਜਦੋਂ ਇੱਕ ਹੋਣਾ ਆ ਜਾਵੇਗਾ, ਜਦੋਂ ਪੰਥ ਹੋਣਾ ਆ ਜਾਵੇਗਾ, ਤੇ ਖਾਲਸਾ ਜੀ ਫਿਰ ਸੰਸਾਰ ਦੇ ਤਖਤੇ ਦੀਆਂ ਪਾਤਸ਼ਾਹੀਆਂ ਵੀ ਕਦਮਾਂ ਵਿੱਚ ਆਉਣਗੀਆਂ ਖਾਲਸੇ ਦੇ। ਸਿੰਘ ਸਾਹਿਬ ਜੀ, ਗਿਆਨੀ ਰਣਜੀਤ ਸਿੰਘ ਹੋਣਾ ਵੀ ਇੱਕ ਦਿਨ ਬੜਾ ਪਿਆਰਾ ਬਚਨ ਕੀਤਾ ਸੀ ਦਾਸ ਨਾਲ
ਕਿ ਜਿੱਦਣ ਪੰਥ ਦੀਆਂ ਬਾਤਾਂ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਤੇ ਖੁਆਰ ਨਹੀਂ ਹੋਵਾਂਗੇ। ਜਿੱਦਣ ਪੰਥ ਦੀਆਂ ਬਾਤਾਂ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਖਾਲਸਾ ਜੀ, ਤੇ ਫਿਰ ਗੁਰੂ ਆਪ ਆ ਕਰਕੇ ਆਪ ਵਰਤ ਕੇ ਬਿਰਦ ਬਾਣੇ ਦੀ ਲਾਜ ਜ਼ਰੂਰ ਰੱਖੇਗਾ। ਜਿੱਦਣ ਬੰਦਿਆਂ ਦੀਆਂ ਬਾਤਾਂ ਪਾਵਾਂਗੇ ਫਿਰ ਖੁਆਰ ਵੀ ਹੋਵਾਂਗੇ, ਪਰ ਜਿੱਦਣ ਪੰਥ ਦੀਆਂ ਗੁਰੂ ਦੀਆਂ ਨਿਰੰਕਾਰ ਦੀਆਂ ਬਾਤਾਂ ਪਾਵਾਂਗੇ ਤੇ ਸੱਚ ਹੈ ਦਿਨੋਂ ਦਿਨ ਚੜ੍ਹਦੀ ਕਲਾ ਵੀ ਹੋਵੇਗੀ ਤੇ ਸੰਸਾਰ ਦੇ ਤਖਤੇ ਦੀਆਂ ਬਾਦਸ਼ਾਹੀਆਂ ਵੀ ਹੋਣਗੀਆਂ। ਤੇ ਖਾਲਸਾ ਜੀ ਇਹੋ ਕਾਰਨ ਸੀ ਵੀ ਸਾਡੇ ਪੂਰਵਜਾਂ ਨੇ ਜਦੋਂ ਵੀ ਜਿੱਤ ਹਾਸਲ ਕੀਤੀ ਹੈ ਇੱਕ ਹੋ ਕੇ ਕੀਤੀ ਹੈ। ਜੇ ਲਾਲ ਕਿਲੇ ਦੇ ਉੱਤੇ ਗੁਰੂ ਕੇ ਸਿੱਖਾਂ ਨੇ ਨਿਸ਼ਾਨ ਚਲਾਏ, ਖਾਲਸਾ ਹੀ ਨਿਸ਼ਾਨ ਚਲਾਏ। 700 ਸਾਲ ਤੋਂ ਜਿਸ ਮੁਗਲ ਹਕੂਮਤ ਨੇ ਗੁਲਾਮ ਬਣਾਇਆ ਸੀ ਉਸ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਤੇ ਤਦ ਪੱਟੀਆਂ ਜਦੋਂ ਇੱਕ ਹੋ ਕਰਕੇ ਆਏ ਸਨ। ਤੇ ਜੇ ਅੱਜ ਵੀ ਇੱਕ ਹੋ ਕਰਕੇ ਆਏ ਖਾਲਸਾ ਜੀ, ਤੇ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਵੀ ਜਿੱਤ ਝੋਲੀ ਚ ਪਈ। ਤੇ ਮੈਂ ਬੇਨਤੀ ਕਰਾਂ, ਇਹ ਕਾਰਨ ਸੀ ਜਿਵੇਂ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਕਲਗੀਆਂ ਵਾਲੇ ਨੇ ਕਿਹਾ ਜਿੱਤ ਮੇਰੀ ਨਹੀਂ, ਜਿੱਤ ਅਕਾਲ ਪੁਰਖ ਦੀ ਹੈ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਇਹ ਜਿੱਤ ਅਕਾਲ ਦੀ ਹੈ, ਕਿਰਪਾ ਪ੍ਰਮਾਤਮਾ ਦੀ ਹੈ। ਇਹ ਉਹ ਕਾਰਨ ਸੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਦੇ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਹੁਣ ਫਤਿਹਗੜ੍ਹ ਸਾਹਿਬ ਨਮਸਕਾਰ ਕਰਨ ਗਏ, ਹਰਮੰਦਰ ਸਾਹਿਬ ਨਮਸਕਾਰ ਕਰਨ ਗਏ, ਕਿਉਂਕਿ ਇਹ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਨੀਹਾਂ ਵਿੱਚ ਖੜ ਕੇ ਕਿਹਾ ਸੀ ਸੱਚ ਕੋ ਮਿਟਾਓਗੇ तो मिटोगे जहान से, डरता नहीं अकाल किसी शहनशाह की शान से। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਸ਼ਹੀਦੀ ਦਿਹਾੜੇ ਆ ਰਹੇ ਆ। ਉਹਨਾਂ ਨੇ ਵੀ ਕਿਹਾ ਸਿੱਖੋ ਤੁਹਾਡੀ ਝੋਲੀ ਵਿੱਚ ਫਤਿਹ ਪੈਂਦੀ ਰਵੇਗੀ, ਬਸ ਗੁਰੂ ਦੀਆਂ ਬਾਤਾਂ ਪਾਉਣੀਆਂ ਸ਼ੁਰੂ ਕਰ ਦਿਓ। ਤੇ ਸੱਚ ਹੈ ਖਾਲਸਾ ਜੀ, ਜਿੱਦਣ ਗੁਰੂ ਦੀਆਂ ਬਾਤਾਂ ਪਾਉਂਦੇ ਪਾਉਂਦੇ ਇੱਕ ਹੋ ਕੇ ਕਿਸੇ ਸੜਕ ਤੇ ਕੰਡੇ ਤੇ ਬੈਠ ਕੇ ਲੰਗਰ ਵੀ ਲਾ ਦੇਵਾਂਗੇ ਨਾ, ਤੇ ਜਿਹੜਾ ਸਿੱਖੀ ਦਾ ਪ੍ਰਚਾਰ ਵਿਸ਼ਵ ਭਰ ਦੇ ਕੋਨੇ ਵਿੱਚ ਉਸ ਇਕੱਠ ਨੇ ਕਰ ਦੇਣਾ, ਉਹ ਵੱਡੀਆਂ ਵੱਡੀਆਂ ਸਟੇਜਾਂ ਵੀ ਨਹੀਂ ਕਰ ਸਕਦੀਆਂ। ਇਹੋ ਕਾਰਨ ਸੀ ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਵਾਜ਼ ਪਹੁੰਚੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਪ੍ਰੇਮ ਭਰੇ ਸੁਨੇਹੇ ਦੀ ਆਵਾਜ਼ ਘਰ ਘਰ ਦੇ ਵਿੱਚ ਪਹੁੰਚੀ, ਘਰ ਘਰ ਅੰਦਰ ਧਰਮਸਾਲ ਹੋਇਆ। ਮੇਰੇ ਕਹਿਣ ਤੋਂ ਭਾਵ ਕਿ ਸਤਿਗੁਰੂ ਨੇ ਕਿਰਪਾ ਕੀਤੀ, ਖੰਡੇ ਬਾਟੇ ਦੀ ਪੌੜ ਦਿੱਤੀ। ਤੇ ਅੱਜ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰੀਏ ਕਿ ਸਤਿਗੁਰੂ ਤੁਹਾਡਾ ਤਖਤ ਸੱਚਾ, ਸਦਾ ਥਿਰ ਰਹਿਣ ਵਾਲਾ। ਤੇ ਇਸ ਤਖਤਾਂ ਦਾ ਮਾਲਕ ਸਤਿਗੁਰੂ ਨੇ ਸਿੱਖਾਂ ਨੂੰ ਪਾਇਆ, ਪਰ ਉਹਨਾਂ ਨੂੰ ਪਾਇਆ ਜਿਨ੍ਹਾਂ ਨੇ ਰਹਿਤ ਰੱਖੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਅੱਜ ਇੱਕ ਬੜੇ ਵੱਡੇ ਜਰਨੈਲ ਸਿੱਖ ਰਾਜ ਦੇ ਨਿਤੜਕ ਯੋਧੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਏ ਸਰਦਾਰ ਜ਼ੋਰਾਵਰ ਸਿੰਘ ਜੀ ਸ਼ਹੀਦ। ਖਾਲਸਾ ਜੀ, ਉਹਨਾਂ ਨੇ ਲੇਹ ਲਦਾਖ ਤੱਕ, ਕਾਬਲ ਕੰਧਾਰ ਤੱਕ ਉਸ ਕੱਲੇ ਯੋਧੇ ਨੇ ਜਾ ਕਰਕੇ ਖਾਲਸਾਈ ਨਿਸ਼ਾਨ ਚਲਾਏ, ਗੁਰੂ ਖਾਲਸਾ ਪੰਥ ਦੇ ਫਤਿਹ ਦੇ ਨਿਸ਼ਾਨ ਚਲਾਏ। ਉਹ ਜੋ ਅੱਜ ਉਸ ਸੂਰਮੇ ਦਾ ਸ਼ਹਾਦਤ ਦਿਵਸ ਵੀ ਹੈ। ਤੇ ਕਹਿੰਦੇ ਨੇ ਲੇਹ ਲਦਾਖ ਵੱਲ ਅੱਜ ਵੀ ਇਸ ਜਰਨੈਲ ਸਰਦਾਰ ਜ਼ੋਰਾਵਰ ਸਿੰਘ ਸ਼ਹੀਦ ਦੇ ਬੁੱਤ, ਸਰਦਾਰ ਜ਼ੋਰਾਵਰ ਸਿੰਘ ਸ਼ਹੀਦ ਦੇ ਚਿੱਤਰ ਲਗਾਏ ਨੇ। ਕਹਿੰਦੇ ਨੇ ਉਸ ਇਲਾਕੇ ਦੇ ਵਿੱਚ ਜਦੋਂ ਕੋਈ ਔਰਤ, ਕੋਈ ਬੀਬੀ ਗਰਭਵਤੀ ਹੁੰਦੀ ਹੈ, ਕਹਿੰਦੇ ਸਭ ਤੋਂ ਪਹਿਲਾਂ ਇਸ ਜਰਨੈਲ ਦੇ ਚਿੱਤਰ ਦੇ ਸਾਹਮਣੇ ਲਿਜਾ ਕੇ ਖੜਾ ਕੀਤਾ ਜਾਂਦਾ ਹੈ ਤੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਉਹ ਬੀਬੀਆਂ ਅਰਦਾਸ ਕਰਦੀਆਂ ਵੀ ਜੇ ਸਾਡੇ ਕੁੱਖੋਂ ਜਨਮ ਹੋਵੇ ਤੇ ਐਸੇ ਸਿੱਖ ਯੋਧੇ ਵਰਗਾ ਪੁੱਤਰ ਜਨਮੇ ਜਿਹੜਾ ਇਹੋ ਜਿਹੀ ਕੁਰਬਾਨੀ ਕਰ ਜਾਵੇ ਤੇ ਮਜ਼ਲੂਮਾਂ ਦੀ ਰੱਖਿਆ ਕਰ ਜਾਵੇ। ਐਸੇ ਐਸੇ ਸੂਰਮੇ ਸਤਿਗੁਰੂ ਦੇ ਘਰ ਵਿੱਚ ਹੋਏ, ਪਰ ਖਾਲਸਾ ਜੀ ਹੋਏ ਗੁਰੂ ਦੇ ਨਾਮ ਦੀ ਕਿਰਪਾ ਦੇ ਨਾਲ ਤੇ ਗੁਰੂ ਦੇ ਅੰਮ੍ਰਿਤ ਦੀ ਕਿਰਪਾ ਦੇ ਨਾਲ, ਕਿਉਂਕਿ 3 ਅੰਮ੍ਰਿਤ ਸਤਿਗੁਰੂ ਨੇ ਦਿੱਤੇ ਝੋਲੀ ਵਿੱਚ। ਸਭ ਤੋਂ ਪਹਿਲਾ ਅੰਮ੍ਰਿਤ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਿਆ, ਅੰਮ੍ਰਿਤ ਵੇਲੇ ਦਾ ਅੰਮ੍ਰਿਤ ਸਤਿਗੁਰੂ ਨੇ ਝੋਲੀ ਵਿੱਚ ਪਾਇਆ। ਦੂਸਰਾ ਅੰਮ੍ਰਿਤ ਮਿਲਿਆ ਨਾਮ ਰੂਪੀ ਅੰਮ੍ਰਿਤ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ। ਦੂਸਰਾ ਅੰਮ੍ਰਿਤ ਮਿਲਿਆ ਨਾਮ ਰੂਪੀ ਅੰਮ੍ਰਿਤ। ਤੇ ਤੀਸਰਾ ਮਿਲਿਆ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਖਾਲਸਾ ਜੀ, ਆਪਾਂ ਬਚਨ ਕਰਦੇ ਆਂ ਅਕਸਰ ਕਿਰਪਾ ਹੋਵੇਗੀ
फिर अमृत छकांगे। पर चेते रखियो जदों अमृत संचार हुंदा है ना, अमृत संचार करन वेले जदों पंज प्यारे गुरु का बख्शिया बाणा सजा करके हित एक हाथ विच खंडा पकड़ करके रसना ते जदों पंजे बाणियां दा जाप करदे ने बीर आसन ते बैठ करके, ते उन्हां दे नेत्र हमेशा बाटे दे उत्ते टिके हुंदे ने, नेत्र इधर उधर नहीं फिरदे। ਇਹ ਕਾਰਨ ਸੀ ਬੜਾ ਵੱਡਾ, ਕਿਉਂਕਿ ਜਿਸ ਵਕਤ ਚੋਜੀ ਪਿਆਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕੀਤਾ, ਸਤਿਗੁਰੂ ਬੀਰ ਆਸਣ ਦੇ ਵਿੱਚ ਬੈਠੇ, ਸਤਿਗੁਰੂ ਸੱਚੇ ਪਾਤਸ਼ਾਹ ਦੇ ਨੇਤਰ ਬਾਠੇ ਤੇ ਟਿਕੇ ਹੋਏ ਸਨ। ਸਤਿਗੁਰੂ ਨੂੰ ਪੁੱਛਿਆ, ਪਾਤਸ਼ਾਹ ਨੇਤਰ ਬਾਠੇ ਤੇ ਟਿਕੇ ਨੇ, ਰਸਨਾ ਤੇ ਅਕਾਲੀ ਬਾਣੀ ਦਾ ਜਾਪ ਹੈ, ਕਾਰਨ ਕੀ ਹੈ? ਸਤਿਗੁਰੂ ਕਹਿਣ ਲੱਗੇ, ਸਿੱਖੋ ਇਹ ਨੇਤਰ ਮੇਰੇ ਨਹੀਂ, ਇਹ ਉਹੀ ਰਹਿਮਤਾਂ ਭਰੇ ਨੇਤਰ ਨੇ ਜਿਹੜੇ ਰਹਿਮਤਾਂ ਭਰੇ ਨੇਤਰ ਰੀਠਿਆਂ ਤੇ ਪਏ, ਰੀਠੇ ਮਿੱਠੇ ਹੋ ਗਏ। ਇਹ ਰਹਿਮਤਾਂ ਭਰੇ ਨੇਤਰ ਠੱਗ ਤੇ ਪਏ, ਉਹ ਸੱਜਣ ਬਣ ਗਿਆ। ਇਹ ਰਹਿਮਤਾਂ ਭਰੇ ਨੇਤਰ ਭਾਈ ਲਹਿਣੇ ਤੇ ਪਏ, ਉਹ ਗੁਰੂ ਅੰਗਦ ਸਾਹਿਬ ਹੋ ਗਏ। ਅੱਜ ਬਸ ਉਹ ਰਹਿਮਤਾਂ ਭਰੇ ਨੇਤਰਾਂ ਦੀ ਕਿਰਪਾ ਰਹਿਮਤ ਇਸ ਖੰਡੇ ਬਾਟੇ ਵਿੱਚ ਪਾ ਚੱਲਿਆ। ਜਿਹੜਾ ਵੀ ਗੁਰੂ ਨਾਨਕ ਦੀ ਕਿਰਪਾ ਲੋਚਦਾ, ਖੰਡੇ ਬਾਟੇ ਦੀ ਪੋਲ ਲੈ ਲਵੇ, ਕਿਰਪਾ ਜ਼ਰੂਰ ਹੋਵੇਗੀ, ਰਹਿਮਤ ਜ਼ਰੂਰ ਹੋਵੇਗੀ, ਬਖਸ਼ਿਸ਼ ਜ਼ਰੂਰ ਹੋਵੇਗੀ। ਸੋ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪਾਤਸ਼ਾਹ ਸਿੱਖੀ ਦਿਓ, ਕਿਉਂਕਿ ਸਿੱਖੀ ਨਿਭਾ ਲੈਣੀ ਇੱਕ ਬੜੀ ਵੱਡੀ ਬਾਤ ਹੁੰਦੀ ਹੈ। ਖਾਲਸਾ ਜੀ, ਸੰਸਾਰ ਦੇ ਤਖਤੇ ਦੇ ਉੱਤੇ ਜਿਹਵਾ ਦਾ ਦਸਵੰਧ ਕੱਢ ਕੇ ਸਿੱਖੀ ਨਿਭਾ ਲੈਣੀ ਇਹ ਬੜੀ ਕਠਿਨ ਬਾਤ ਹੈ, ਕਿਉਂਕਿ ਗੁਰੂ ਘਰ ਵਿੱਚ ਆਪਾਂ ਦੋ ਤਰ੍ਹਾਂ ਦਾ ਦਸਵੰਧ ਕੱਢ ਦਿੰਨੇ ਆ, ਹੈ ਤੇ ਦੋ ਤਰ੍ਹਾਂ ਦਾ, ਪਰ ਇੱਕ ਤਰ੍ਹਾਂ ਦਾ ਦਸਵੰਧ ਜ਼ਿਆਦਾਤਰ ਕੱਢਦੇ ਆ ਤੇ ਇੱਕ ਤਰ੍ਹਾਂ ਦਾ ਛੱਡ ਜਾਂਦੇ ਆ। ਇੱਕ ਹੈ ਜੇਬ ਦਾ ਦਸਵੰਧ, ਜੇਬ ਦੀ ਮਾਇਆ ਦਾ ਦਸਵੰਧ, ਉਹ ਆਪਾਂ ਸਾਰੇ ਕੱਢਦੇ ਤੇ ਕੱਢਣਾ ਵੀ ਚਾਹੀਦਾ, ਤਾਂ ਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਪਰ ਇੱਕ ਹੈ ਜਿਹਵਾ ਦਾ ਦਸਵੰਧ, ਜਿਹਵਾ ਜਪ ਗੁਰ ਨਾਉ ਰਸਨਾ ਦੁਆਰਾ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਦਸਵੰਧ। ਇਹ ਦਸਵੰਧ ਕੱਢਣਾ ਬੜਾ ਔਖਾ ਹੈ, ਆਪਣੇ ਤਨ ਦਾ ਆਪਣੇ ਮਨ ਦਾ ਦਸਵੰਧ ਕੱਢਣਾ ਬੜਾ ਔਖਾ ਹੈ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਪਾਤਸ਼ਾਹ ਜੋ ਨਾਮ ਦਾ ਖਜ਼ਾਨਾ ਆਪ ਜੀ ਕੋਲ ਹੈ, ਨਾਮ ਨਿਧਾਨ ਧਿਆਨ ਅੰਤਰਗਤ, ਕਿਰਪਾ ਕਰੋ ਉਹ ਨਾਮ ਦੇ ਖਜ਼ਾਨੇ ਚੋਂ ਕਿਣਕਾਂ ਮਾਤਰ ਸਾਡੀ ਝੋਲੀ 'ਚ ਪਾ ਦਿਓ। ਤੇ ਸਤਿਗੁਰੂ ਕਿਰਪਾ ਕਰੋ, ਜਿਵੇਂ ਤੁਹਾਡੇ ਦੀਦਾਰੇ ਕਰਨ ਦੀ ਜਾਚ ਪੰਡਤ ਸ਼ਿਵਦੱਤ ਨੂੰ ਮਿਲ ਗਈ, ਸਹਿਦ ਬੇਗ ਨੂੰ ਮਿਲ ਗਈ, ਉਹ ਜਾਚ ਸਾਨੂੰ ਆ ਜਾਵੇ। ਤੇ ਖਾਲਸਾ ਜੀ, ਜਿੱਦਣ ਜਾਚ ਆ ਗਈ ਦੀਦਾਰਿਆਂ ਦੀ, ਦੁੱਖ ਵੀ ਜ਼ਰੂਰ ਦੂਰ ਹੋਣਗੇ। ਤੇ ਭੱਟ ਸਾਹਿਬ ਕਹਿੰਦੇ, ਵਿਦਿਆਮਾਨ ਗੁਰ ਆਪ ਥਪਿਓ ਥਿਰ, ਕਹਿੰਦੇ ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਨਿਰੰਕਾਰੀ ਤਖਤ ਦੇ ਮਾਲਕ ਨੇ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਅਡੋਲ ਹੈ, ਜਿਸ ਤਖਤ ਦਾ ਹੁਕਮ ਪੂਰੇ ਕੁੱਲ ਕਾਇਨਾਤ ਤੇ ਚੱਲਦਾ, ਸਾਚੋ ਤਖਤ ਗੁਰੂ ਰਾਮਦਾਸ ਹੈ। ਕੁੱਲ ਕਾਇਨਾਤ ਦੇ ਉੱਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਤਖਤ ਦਾ ਹੁਕਮ ਚੱਲਦਾ। ਸੱਚ ਹੈ ਖਾਲਸਾ ਜੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕੁੱਲ ਪ੍ਰਜਾ ਕੁੱਲ ਕਾਇਨਾਤ ਵਰਤ ਰਹੀ ਹੈ। ਇਹੋ ਕਾਰਨ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਵਿੱਚ ਕੱਲੇ ਕੱਲੇ ਫਿਰਕੇ ਦਾ, ਕੱਲੇ ਕੱਲੇ ਮਜ਼ਹਬ ਦਾ, ਹਰ ਇੱਕ ਇਲਾਕੇ ਦਾ, ਹਰ ਇੱਕ ਦੇਸ਼ ਦਾ ਨਾਮ ਲੈ ਕੇ ਸਤਿਗੁਰੂ ਨੇ ਇਹ ਸਮਝਾਇਆ ਵੀ ਸਿੱਖਾ ਕੇਵਲ ਇੱਕ ਮਜ਼ਹਬ, ਇੱਕ ਫਿਰਕਾ, ਇੱਕ ਦੇਸ਼ ਨਹੀਂ, ਹਰ ਇੱਕ ਦੇਸ਼ ਪ੍ਰਮਾਤਮਾ ਦੇ ਹੁਕਮ 'ਚ ਚੱਲਦਾ ਹੈ। ਪਾਤਸ਼ਾਹ ਨੇ ਬਚਨ ਕੀਤੇ, ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਕਹਿੰਦੇ ਬੰਗਾਲ ਦੇਸ਼ ਦੇ ਬੰਗਾਲੀ ਲੋਕ, ਫਿਰੰਗੀ ਲੋਕ ਭਾਵ ਵਿਦੇਸ਼ਾਂ 'ਚ ਰਹਿਣ ਵਾਲੇ ਫਿਰੰਗੀ ਲੋਕ, ਤੇ ਦਿੱਲੀ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਦਿਲ ਵਾਲੇ ਕਿਹਾ ਜਾਂਦਾ ਹੈ, ਸਤਿਗੁਰੂ ਕਹਿੰਦੇ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੋਹ ਕੇ ਰੁਹੇਲੇ ਮਾਗ ਦੇਸ਼ ਕੇ ਮਗੇਲੇ ਵੀਰ, ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ, ਤਿੱਬਤੀ ਤੇ ਆਏ ਦੋਖ ਦੇਹ ਕੋ ਦਲਤ ਹੈ। ਤਿੱਬਤੀ ਲੋਕ, ਚੀਨੀ ਲੋਕ, ਗੋਰਖੇ ਲੋਕ, ਰੁਹੇਲੇ ਮਰਹੱਟੇ ਸਾਰੇ ਰੱਬ ਦੇ ਹੁਕਮ 'ਚ ਚੱਲਦੇ ਨੇ। ਸਿੱਖਾ ਤੂੰ ਨਾਮ ਧਿਆ,
ਤੇ ਸੱਚ ਹੈ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਤਾਮ ਫਲ ਫੂਲ ਸੋ ਫਲਤ ਹੈ। ਜਿਹੜਾ ਰੱਬ ਨੂੰ ਧਿਆਉਂਦਾ ਹੈ ਉਹਨੂੰ ਮੰਗਣਾ ਵੀ ਨਹੀਂ ਪੈਂਦਾ, ਬਿਨਾਂ ਮੰਗਿਆਂ ਝੋਲੀ ਵਿੱਚ ਪੈ ਜਾਂਦਾ ਹੈ। ਰੱਬ ਦੇ ਘਰੋਂ ਦਾਤ ਝੋਲੀ ਵਿੱਚ ਜ਼ਰੂਰ ਪੈ ਜਾਂਦੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਛੱਜੂ ਝੀਵਰ ਦੇ ਸੀਸ ਤੇ ਛੜੀ ਰੱਖੀ ਤੇ ਸਤਿਗੁਰੂ ਨੇ ਕਿਰਪਾ ਕਰਕੇ ਬ੍ਰਹਮ ਦਾ ਗਿਆਨ ਕਰਾ ਦਿੱਤਾ। ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਸਮਰਪਿਤ ਕਰੀਏ, ਸੀਸ ਤਲੀ ਤੇ ਧਰ ਕੇ ਆਈਏ ਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਉਹ ਛੜੀ ਸਾਡੇ ਸਿਰ ਤੇ ਵੀ ਰੱਖੋ ਤਾਂ ਜੋ ਸਾਨੂੰ ਅੰਦਰ ਦੀ ਸੋਝੀ ਆਵੇ, ਸਿੱਖੀ ਨਿਭਾਉਣ ਦੀ ਜਾਚ ਆਵੇ। ਪਾਤਸ਼ਾਹ ਤੇਰੇ ਦਰੋਂ ਘਰੋਂ ਸਾਨੂੰ ਨਿਤਨੇਮ ਦੀ ਜਾਚ ਆਵੇ ਤਾਂ ਸੱਚ ਹੈ ਤੇ ਖਾਲਸਾ ਜੀ ਅੰਦਰ ਦੇ ਦੁੱਖ ਜ਼ਰੂਰ ਦੂਰ ਹੋਣਗੇ ਤੇ ਗੁਰੂ ਘਰ ਦੇ ਵਿੱਚੋਂ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਅਸੀਂ ਜ਼ਰੂਰ ਬਣਾਂਗੇ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੰਪੂਰਨ ਹੁੰਦੀ ਹੈ। ਭੱਟ ਸਾਹਿਬ ਉਪਦੇਸ਼ ਕਰਦੇ ਨੇ, ਭਾਈ ਸਤਿਗੁਰੂ ਕੋਲ ਖਜ਼ਾਨਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਸ ਖਜ਼ਾਨੇ ਵਿੱਚੋਂ ਕਿਣਕਾ ਮਾਤਰ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਸਾਡਾ ਜੀਵਨ ਸਫਲਾ ਹੋਵੇਗਾ। ਇਤਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਸੁਣਿਆ ਸੁਣਾਇਆ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਆਪਾਂ ਸਾਰੇ ਕਮਾ ਸਕੀਏ ਆਪ ਸਭ ਸੰਗਤ ਦਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਚਰਨ ਪਰਸਨ ਲਈ ਇਹ ਸੁਭਾਗੀਆਂ ਘੜੀਆਂ ਬਖਸ਼ੀਆਂ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਨੀ ਜੀ। ਆਓ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖਿਮਾ ਦੇ ਜਾਚਕ ਹਾਂ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।